ਹੀ ਹੋ ਕਿ ਮਨੀ ਦਾ ਆਪਣੀ ਇਕੋਨਮੀ ਦੇ ਵਿੱਚ ਮੇਨ ਰੋਲ ਹੈ, ਕਿਉਂਕਿ ਜਿਹੜੀ ਕੁਆਂਟੀਟੀ ਆਫ ਮਨੀ ਹੈ, ਮਨੀ ਦੀ ਸਪਲਾਈ, ਉਸ ਤੇ ਕਹਿੰਦੇ ਆਪਣੀ ਜਿਹੜੀ ਡਿਮਾਂਡ ਹੈ ਡਿਪੈਂਡ ਕਰਦੀ ਹੈ ਕਿ ਮਨੀ ਦੀ ਸਪਲਾਈ ਕਿੰਨੀ ਹੈ, ਉਨੀ ਹੀ ਆਪਣੀ ਇਕੋਨਮੀ ਦੇ ਵਿੱਚ ਜਿੰਨੀ ਮਨੀ ਦੀ ਸਪਲਾਈ ਹੋਏਗੀ ਡਿਮਾਂਡ ਇਨਕਰੀਜ਼ ਹੋਏਗੀ, ਡਿਮਾਂਡ ਇਨਕਰੀਜ਼ ਹੋਏਗੀ ਤਾਂ ਆਊਟਪੁੱਟ ਇਨਕਰੀਜ਼ ਹੋਏਗੀ। ਤੇ ਮਨੀ ਦੀ ਕੁਆਂਟੀਟੀ ਤੇ ਮਨੀ ਦੀ ਸਪਲਾਈ ਤੇ ਕਹਿੰਦੇ ਆਪਣੀ ਜਿਹੜੀ ਇਕੋਨਮੀ ਹੈ ਉਹਦੀ ਆਊਟਪੁੱਟ ਤੇ ਡਿਮਾਂਡ ਡਿਪੈਂਡ ਕਰਦੀ ਆ। ਤੇ ਇਸ ਦੇ ਲਈ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਮਨੀ ਦੀ ਸਪਲਾਈ ਕਿੰਨੀ ਹੈ ਤੇ ਆਪਣੀ ਇਕੋਨਮੀ ਦੇ ਵਿੱਚ ਮਨੀ ਦੀ ਡਿਮਾਂਡ ਦੇ ਰੀਜ਼ਨਸ ਕੀ ਨੇ, ਮਨੀ ਦੀ ਡਿਮਾਂਡ ਕਿਉਂ ਹੁੰਦੀ ਹੈ, ਕਿੰਨੀ ਮਨੀ ਦੀ ਡਿਮਾਂਡ ਹੁੰਦੀ ਹੈ। ਠੀਕ ਹੈ, ਕਿਉਂਕਿ ਡਿਮਾਂਡ ਜਿੰਨੀ ਹੋਏਗੀ ਉਨੀ ਆਊਟਪੁੱਟ ਇਨਕਰੀਜ਼ ਹੋਏਗੀ ਤੇ ਸਪਲਾਈ ਇਨਕਰੀਜ਼ ਹੋਏਗੀ। ਤੇ ਇਸ ਤੋਂ ਇਲਾਵਾ ਮਨੀ ਤੇ ਕਹਿੰਦੇ ਜਿਹੜਾ ਪ੍ਰਾਈਸ ਹੈ ਇਹਦਾ ਕੀ ਹੈ, ਮਨੀ ਤੇ ਪ੍ਰਾਈਸ ਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਜਿੰਨੀ ਮਨੀ ਦੀ ਸਪਲਾਈ ਇਨਕਰੀਜ਼ ਹੋਏਗੀ ਪ੍ਰਾਈਸਿਸ ਉਨੇ ਹੀ ਇਨਕਰੀਜ਼ ਹੋਣਗੇ, ਕਿਉਂਕਿ ਆਪਣੀ ਇਕੋਨਮੀ ਦੇ ਵਿੱਚ ਜਦੋਂ ਮਨੀ ਦੀ ਸਪਲਾਈ ਇਨਕਰੀਜ਼ ਹੋਏਗੀ ਤਾਂ ਲੋਕਾਂ ਦੇ ਹੱਥਾਂ ਵਿੱਚ ਪੈਸਾ ਆਏਗਾ ਜਿਹਨੂੰ ਉਹ ਕੰਜ਼ੰਪਸ਼ਨ ਦੇ ਲਈ ਤੇ ਡਿਮਾਂਡ ਦੇ ਲਈ ਯੂਜ਼ ਕਰਨਗੇ। ਤਾਂ ਇਹਦੇ ਥਰੂ ਕੀ ਹੋਏਗਾ, ਆਪਣੀ ਜੋ ਡਿਮਾਂਡ ਹੈ ਉਹ ਗੁਡਸ ਦੀ ਇਨਕਰੀਜ਼ ਹੋਗੀ, ਜਦੋਂ ਡਿਮਾਂਡ ਇਨਕਰੀਜ਼ ਹੋਗੀ ਤਾਂ ਆਊਟਪੁੱਟ ਇਨਕਰੀਜ਼ ਹੋਏਗੀ, ਜਿਹਦੇ ਨਾਲ ਇਕੋਨਮੀ ਤੇ ਪਰ ਕੈਪੀਟਲ ਇਨਕਮ ਐਂਡ ਇੰਪਲੋਇਮੈਂਟ ਵੀ ਇਨਕਰੀਜ਼ ਹੋ ਜਾਏਗੀ। ਦੂਸਰੀ ਤਰਫ ਕਹਿੰਦੇ ਜਿਹੜੀ ਆਪਣੀ ਡਿਮਾਂਡ ਹੈ ਤੇ ਪ੍ਰਾਈਸ ਹੈ ਇਹਦਾ ਨੈਗੇਟਿਵ ਰਿਲੇਸ਼ਨ ਹੈ, ਕਿਉਂਕਿ ਜਦੋਂ ਵੀ ਆਪਣੀ ਪ੍ਰਾਈਸ ਜ਼ਿਆਦਾ ਹੁੰਦੀ ਆ ਤਾਂ ਡਿਮਾਂਡ ਘੱਟ ਹੁੰਦੀ ਹੈ, ਜਦੋਂ ਪ੍ਰਾਈਸ ਘੱਟ ਹੁੰਦੀ ਹੈ ਤਾਂ ਡਿਮਾਂਡ ਜ਼ਿਆਦਾ ਹੁੰਦੀ ਆ। ਤੇ ਪ੍ਰਾਈਸਿਸ ਜ਼ਿਆਦਾ ਕਦੋਂ ਹੁੰਦੀਆਂ ਨੇ, ਜਦੋਂ ਡਿਮਾਂਡ ਜ਼ਿਆਦਾ ਹੁੰਦੀ ਹੈ। ਮਤਲਬ ਇਕੋਨਮੀ ਦੇ ਵਿੱਚ ਪ੍ਰਾਈਸਿਸ ਰਾਈਜ਼ ਹੋਣ ਦਾ ਮੇਨ ਰੀਜ਼ਨ ਕੀ ਹੈ, ਡਿਮਾਂਡ ਦਾ ਇਨਕਰੀਜ਼ ਹੋਣਾ। ਉਸ ਟਾਈਮ ਸਾਡੀ ਇਕੋਨਮੀ ਦੇ ਵਿੱਚ ਜਿਹੜੀ ਕੁਆਂਟੀਟੀ ਆਫ ਮਨੀ ਹੈ ਜ਼ਿਆਦਾ ਹੋ ਜਾਂਦੀ ਹੈ, ਜਿਹਦੇ ਕਰਕੇ ਜਿਹੜੀ ਮਨੀ ਦੀ ਵੈਲਿਊ ਆ ਉਹ ਕੀ ਆ ਘੱਟ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਆ। ਤਾਂ ਕਹਿੰਦੇ ਪ੍ਰਾਈਸ ਲੈਵਲ ਹੈ ਜਿਹੜਾ ਇਕੋਨਮੀ ਦਾ ਉਹ ਕਿਹਦੇ ਥਰੂ ਕਹਿੰਦੇ ਆਪਣਾ ਡਿਟਰਮਾਈਨ ਹੁੰਦਾ, ਵੈਲਿਊ ਆਫ ਮਨੀ ਦੇ ਥਰੂ ਹੁੰਦਾ ਹੈ। ਜਿੰਨੀ ਵੈਲਿਊ ਆਫ ਮਨੀ ਮੀਨਸ ਮਨੀ ਦੀ ਕੁਆਂਟੀਟੀ ਇਨਕਰੀਜ਼ ਹੋਏਗੀ ਪ੍ਰਾਈਸਿਸ ਉਨੇ ਹੀ ਇਨਕਰੀਜ਼ ਹੋਣਗੇ, ਜਿੰਨੀ ਮਨੀ ਦੀ ਕੁਆਂਟੀਟੀ ਡਿਕਰੀਜ਼ ਹੋਏਗੀ ਪ੍ਰਾਈਸਿਸ ਉਨੇ ਹੀ ਇਨਕਰੀਜ਼ ਹੋਣਗੇ। ਕਹਿੰਦੇ ਜਿਹੜੇ ਡਿਫਰੈਂਟ ਆਪਣੇ ਇਕੋਨਮਿਸਟ ਨੇ ਉਹਨਾਂ ਨੇ ਕੁਆਂਟੀਟੀ ਆਫ ਮਨੀ ਜਿਹੜੀ ਆਪਣੀ ਡਿਮਾਂਡ ਫॉर ਮਨੀ ਹੈ ਇਹਦੇ ਨਾਲ ਰਿਲੇਟਡ ਡਿਫਰੈਂਟ ਜਿਹੜੀਆਂ ਥਿਊਰੀਜ਼ ਨੇ ਉਹ ਦਿੱਤੀਆਂ ਨੇ। ਡਿਸਕਸ ਕਰਾਂਗੇ ਜੋ ਆਪਾਂ ਨੂੰ ਕਿ ਹਾਊ ਵੀ ਐਕਸਪਲੇਨ ਦ ਵੈਲਿਊ ਆਫ ਮਨੀ। ਠੀਕ ਹੈ, ਤੇ ਰੈਸਿਪਰੋਕਲ ਆਫ ਪ੍ਰਾਈਸ ਲੈਵਲ ਕਿ ਵੈਲਿਊ ਆਫ ਮਨੀ ਤੇ ਪ੍ਰਾਈਸ ਲੈਵਲ ਦਾ ਆਪਸ ਦੇ ਵਿੱਚ ਕੀ ਕਨੈਕਸ਼ਨ ਹੈ। ਤੇ ਅੱਜ ਅਸੀਂ ਕੀ ਡਿਸਕਸ ਕਰਾਂਗੇ, ਡਿਫਰੈਂਟ ਥਿਊਰੀਜ਼, ਕਲਾਸੀਕਲਸ ਤੇ ਨਿਊ ਕਲਾਸੀਕਲ ਥਿਊਰੀਜ਼। ਕਲਾਸੀਕਲਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਫਿਸ਼ਰ ਇਕੁਏਸ਼ਨਸ ਆਫ ਕੁਆਂਟੀਟੀ ਥਿਊਰੀ ਆਫ ਮਨੀ। ਠੀਕ ਹੈ, ਫਿਸ਼ਰਸ ਦੀ ਡਿਮਾਂਡ ਤੇ ਸਪਲਾਈ ਨਾਲ ਰਿਲੇਟਡ ਇਕੁਏਸ਼ਨਸ, ਐਂਡ ਉਸ ਤੋਂ ਬਾਅਦ ਪੀਗੂ ਦੀ ਡਿਮਾਂਡ ਐਂਡ ਸਪਲਾਈ ਨਾਲ ਰਿਲੇਟਡ, ਐਂਡ ਫਿਰ ਉਸ ਤੋਂ ਬਾਅਦ ਰੋਬਿਨਸਟਨ ਦੀ ਜਿਹੜੀ ਇਕੁਏਸ਼ਨ ਹੈ ਮਨੀ ਨੂੰ ਲੈ ਕੇ ਉਹ ਦੇਖਾਂਗੇ। ਉਸ ਤੋਂ ਬਾਅਦ ਆਪਾਂ ਆਪਣਾ ਜੋ ਕੈਂਬਰਿਜ ਯੂਨੀਵਰਸਿਟੀ ਹੈ ਉਹਦੇ ਥਰੂ ਜੋ ਡਿਫਰੈਂਟ ਇਕੋਨਮਿਸਟ ਨੇ ਪੀਗੂ, ਰੋਬਿਨਸਟਨ, ਠੀਕ ਹੈ, ਤੇ ਫਿਸ਼ਰ ਤੇ ਇਹਨਾਂ ਦੀਆਂ ਜੋ ਵੀ ਹੈ ਆਪਾਂ ਥਿਊਰੀ ਸੱਚ ਆਪਾਂ ਨੇ ਪੜ੍ਹਨੀਆਂ ਨੇ। ਤਾਂ ਸਭ ਤੋਂ ਪਹਿਲਾਂ ਦੇਖੋ ਕਿ ਵੈਲਿਊ ਆਫ ਮਨੀ ਕੀ ਹੁੰਦੀ ਹੈ। ਵੈਲਿਊ ਆਫ ਮਨੀ ਦੇ ਬਾਰੇ ਜਾਣਨਾ ਜ਼ਰੂਰੀ ਹੈ। ਕਹਿੰਦੇ ਵੈਲਿਊ ਆਫ ਮਨੀ ਇਜ਼ ਵਟ ਇਟ ਵਿਲ ਬਾਏ। ਕਹਿੰਦੇ ਕਿਸੇ ਵੀ ਜੋ ਆਪਣੀ ਮਨੀ ਹੈ ਉਹਦੀ ਵੈਲਿਊ ਸਾਨੂੰ ਕੀ ਦੱਸਦੀ ਹੈ, ਆਪਾਂ ਨੂੰ ਵੈਲਿਊ ਦਾ ਪਤਾ ਕੀ ਲੱਗਦਾ ਹੈ ਕਿ ਉਸ ਮਨੀ ਤੋਂ ਅਸੀਂ ਕੀ ਬਾਏ ਕਰ ਸਕਦੇ ਹਾਂ, ਕਿ ਮਨੀ ਦੀ ਪਰਚੇਜ਼ਿੰਗ ਪਾਵਰ ਕਿੰਨੀ ਹੈ। ਅਗਰ ਮਨੀ ਦੀ ਪਰਚੇਜ਼ਿੰਗ ਪਾਵਰ ਜ਼ਿਆਦਾ ਹੋਏਗੀ ਤਾਂ ਇਟਸ ਮੀਨਸ ਮਨੀ ਦੀ ਵੈਲਿਊ ਜ਼ਿਆਦਾ ਹੈ। ਅਗਰ ਮਨੀ ਦੀ ਪਰਚੇਜ਼ਿੰਗ ਪਾਵਰ ਘੱਟ ਹੋਏਗੀ ਤਾਂ ਇਸ ਦਾ ਮਤਲਬ ਮਨੀ ਦੀ ਵੈਲਿਊ ਘੱਟ ਹੈ। ਪਰ ਮਨੀ ਦੀ ਵੈਲਿਊ ਤੁਹਾਨੂੰ ਕਿਸ ਦੇ ਥਰੂ ਪਤਾ ਲੱਗਦਾ ਹੈ, ਪ੍ਰਾਈਸਿਸ ਦੇ ਥਰੂ ਲੱਗਦਾ ਹੈ। ਅਗਰ ਪ੍ਰਾਈਸਿਸ ਇਨਕਰੀਜ਼ ਹੋ ਜਾਂਦੇ ਨੇ ਤਾਂ ਮਨੀ ਦੀ ਵੈਲਿਊ ਆ ਜਿਹੜੀ ਉਹ ਡਿਕਰੀਜ਼ ਹੋ ਜਾਂਦੀ ਆ। ਫॉर एग्जांपल ਕਿ ਪਹਿਲਾਂ ਆਪਾਂ ਇੱਕ ਬਿਸਕਿਟ ਦਾ ਪੈਕੇਟ ਲਿੱਤਾ, ਉਹਦਾ ਪ੍ਰਾਈਸਿਸ ਕੀ ਸੀਗਾ, 5 ਰੁਪਏ ਸੀਗਾ। ਠੀਕ ਹੈ, ਆਪਣੇ ਕੋਲ ਟੋਟਲ 10 ਰੁਪੀਜ਼ ਸੀ ਤਾਂ ਆਪਾਂ 10 ਰੁਪੀਜ਼ ਤੇ 2 ਬਿਸਕਿਟਸ ਬਾਏ ਕਰ ਸਕਦੇ ਸੀ। ਲੇਕਿਨ ਹੁਣ ਕੀ ਹੋ ਗਿਆ, ਜਿਹੜਾ ਬਿਸਕਿਟ ਦਾ ਪ੍ਰਾਈਸ ਹੈ 5 ਤੋਂ ਇਨਕਰੀਜ਼ ਹੋ ਕੇ 10 ਹੋ ਗਿਆ, ਜਿਹਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਹੁਣ ਐਟ ਏ ਟਾਈਮ ਆਪਾਂ ਸਿਰਫ 1 ਬਿਸਕਿਟ ਦਾ ਪੈਕੇਟ ਹੈ ਜਿਹੜਾ 10 ਰੁਪੀਜ਼ ਦੇ ਵਿੱਚ ਲੈ ਸਕਦੇ ਹਾਂ, ਜੋ ਕਿ ਪਹਿਲਾਂ ਅਸੀਂ 2 ਲੈ ਸਕਦੇ ਸੀ। ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਆਪਣੀ ਮਨੀ ਦੀ ਵੈਲਿਊ ਕੀ ਹੋਗੀ, ਡਿਕਰੀਜ਼ ਹੋਗੀ। 5 ਰੁਪੀਜ਼ ਹੁਣ 10 ਰੁਪੀਜ਼ ਦੇ ਵਿੱਚ ਹੀ ਚੱਲਦੇ ਨੇ। ਜਿਹੜੇ 10 ਰੁਪੀਜ਼ ਨੇ ਉਹ 5 ਰੁਪਏ ਦੇ ਇਕੁਅਲੀ ਹੀ ਚੱਲਣਗੇ। ਠੀਕ ਹੈ, ਕਹਿੰਦੇ ਵੈਲਿਊ ਆਫ ਡਿਫਰੈਂਟ ਗੁੱਡਸ ਐਂਡ ਸਰਵਿਸਿਜ਼ ਇਜ਼ ਐਕਸਪ੍ਰੈਸਡ ਇਨ ਦਾ ਟਰਮਸ ਆਫ ਮਨੀ। ਕਹਿੰਦੇ ਜਿਹੜੀ ਵੈਲਿਊ ਹੁੰਦੀ ਹੈ ਡਿਫਰੈਂਟ ਗੁੱਡਸ ਦੀ ਤੇ ਸਰਵਿਸਿਜ਼ ਦੀ, ਆਪਾਂ ਉਹਨੂੰ ਮਨੀ ਦੇ ਥਰੂ ਕੀ ਕਰਦੇ, ਡਿਟਰਮਾਈਨ ਕਰਦੇ ਹਾਂ ਕਿ ਇਸ ਚੀਜ਼ ਦੀ 5 ਰੁਪੀਜ਼ ਵੈਲਿਊ ਹੈ, 5 ਪ੍ਰਾਈਸ ਹੈ, ਇਸ ਦਾ 10 ਵੈਲਿਊ ਹੈ, ਠੀਕ ਹੈ, 10 ਹੈ, 15 ਹੈ। ਤੇ ਕਹਿੰਦੇ ਆਪਾਂ ਫਿਰ ਇਸ ਤੋਂ ਬਾਅਦ ਕੀ ਹੈ ਕਿ ਇਫ ਦ ਵੈਲਿਊ ਆਫ ਮਨੀ ਇਜ਼ ਐਕਸਪ੍ਰੈਸਡ ਇਨ ਦਾ ਟਰਮਸ ਆਫ ਜੇ ਗੁੱਡਸ ਐਂਡ ਸਰਵਿਸਿਜ਼ ਦੇ ਵਿੱਚ ਆਪਾਂ ਐਕਸਪ੍ਰੈਸ ਕਰੀਏ ਤਾਂ ਮਿਲੀਅਨਸ ਐਂਡ ਮਿਲੀਅਨ ਆਫ ਜਿਹੜੇ ਐਕਸਪ੍ਰੈਸ਼ਨਸ ਨੇ ਉਹ ਦੇਖਣ ਨੂੰ ਮਿਲਣਗੇ। ਮੀਨਸ ਇਹ ਜਿਹੜਾ ਹੈ ਸਫੀਸ਼ੀਐਂਟ ਨਹੀਂ ਹੋਏਗਾ, ਕਰੈਕਟ ਮੈਥਡਸ ਨਹੀਂ ਹੋਏਗਾ। ਜਦੋਂ ਆਪਾਂ ਕਿਸੇ ਚੀਜ਼ ਨੂੰ ਚੀਜ਼ ਦੇ ਇਕੁਅਲੀ ਟ੍ਰੀਟ ਕਰੀਏ, ਉਸਦੀ ਵੈਲਿਊ ਚੀਜ਼ ਦੇ ਦੂਸਰੀ ਚੀਜ਼ ਦੇ ਥਰੂ ਹੀ ਦੱਸੀਏ।
ਤਾਂ ਕਹਿੰਦੇ ਵੈਲਿਊ ਆਫ ਮਨੀ ਕੀ ਹੁੰਦੀ ਹੈ, ਵੈਲਿਊ ਆਫ ਮਨੀ ਇਜ਼ ਇਕੁਅਲ ਟੂ 1 ਡਿਵਾਈਡ ਬਾਈ ਪ੍ਰਾਈਸ। ਠੀਕ ਹੈ, ਜਦੋਂ ਆਪਾਂ 1 ਨੂੰ ਜੋ ਕਿਸੇ ਵੀ ਗੁੱਡ ਦਾ ਪ੍ਰਾਈਸ ਹੈ ਉਹਦੇ ਨਾਲ ਡਿਵਾਈਡ ਕਰਾਂਗੇ ਤਾਂ ਵੈਲਿਊ ਆਫ ਮਨੀ ਹੈ ਜੋ ਕੀ ਹੋ ਜਾਏਗੀ, ਕੈਲਕੂਲੇਟ ਹੋ ਜਾਏਗੀ ਅਕੋਰਡਿੰਗ ਟੂ ਇਰਵਿੰਗ ਫਿਸ਼ਰਸ। ਥਿਊਰੀਜ਼ ਆਫ ਵੈਲਿਊ ਆਫ ਮਨੀ ਦੇ ਵਿੱਚ ਕਹਿੰਦੇ the theory of value of money study how value of money is determined as the reciprocal of price levels। ਕਹਿੰਦੇ ਪ੍ਰਾਈਸ ਲੈਵਲਸ ਦੇ ਥਰੂ ਕਿਵੇਂ ਆਪਾਂ ਵੈਲਿਊ ਆਫ ਮਨੀ ਜਿਹੜੀ ਮਨੀ ਦੀ ਵੈਲਿਊ ਨੂੰ ਜੱਜ ਕਰ ਸਕਦੇ ਹਾਂ, ਡਿਟਰਮਾਈਨ ਕਰ ਸਕਦੇ ਹਾਂ। ਇਹਦੇ ਨਾਲ ਰਿਲੇਟਡ ਡਿਫਰੈਂਟ ਥਿਊਰੀਜ਼ ਨੂੰ ਜੇ ਆਪਾਂ ਪੜਾਂਗੇ ਤਾਂ ਫਸਟ ਇਜ਼ ਕੁਆਂਟਿਟੀ ਥਿਊਰੀ ਆਫ ਮਨੀ ਐਂਡ ਸੈਕੰਡ ਇਜ਼ ਕੇਨਜ਼ੀਅਨ ਥਿਊਰੀ ਆਫ ਮਨੀ। ਦੋ ਤਰ੍ਹਾਂ ਦੀਆਂ ਥਿਊਰੀਜ਼ ਨੇ, ਕੁਆਂਟਿਟੀ ਥਿਊਰੀ ਆਫ ਮਨੀ ਤੇ ਕੇਨਸ ਨੇ ਜੋ ਥਿਊਰੀ ਦਿੱਤੀ ਹੈ ਕੇਨਜ਼ੀਅਨ ਥਿਊਰੀ ਆਫ ਮਨੀ। ਤਾਂ ਫਸਟਲੀ ਅਸੀਂ ਦੇਖਾਂਗੇ what is quantity theory of money। ਠੀਕ ਹੈ, ਕੁਆਂਟਿਟੀ ਥਿਊਰੀ ਆਫ ਮਨੀ ਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਇੱਕ ਇਹਦੇ ਵਿੱਚ ਆਪਾਂ ਲਵਾਂਗੇ ਟ੍ਰਾਂਜੈਕਸ਼ਨ ਅਪਰੋਚ ਜੋ ਫਿਸ਼ਰ ਦੀ ਅਪਰੋਚ ਹੈ। ਦੇਖੋ ਜਿਹੜੀ ਆਪਣੀ ਕੁਆਂਟਿਟੀ ਥਿਊਰੀ ਆਫ ਮਨੀ ਹੈ, ਸਭ ਤੋਂ ਪਹਿਲਾਂ ਇਹ ਤਾਂ 올ਡੈਸਟ ਥਿਊਰੀ ਆਫ ਹੈ। ਠੀਕ ਹੈ, ਜਿਹਦੇ ਥਰੂ ਆਪਾਂ ਵੈਲਿਊ ਆਫ ਮਨੀ ਨੂੰ ਜੱਜ ਕਰ ਸਕਦੇ ਹਾਂ। ਵੈਲਿਊ ਆਫ ਮਨੀ ਨੂੰ ਮਾਪਣ ਦੀ ਸਭ ਤੋਂ 올ਡ ਥਿਊਰੀ ਕਿਹੜੀ ਹੈ, ਕੁਆਂਟਿਟੀ ਥਿਊਰੀ ਆਫ ਮਨੀ ਹੈ, ਜਿਹੜੀ ਆਪਣੇ ਫ੍ਰੈਂਚ ਇਕੋਨੋਮਿਸਟ ਨੇ ਦਿੱਤੀ ਸੀ, ਜੀਨ ਬੌਡਿਨ ਨੇ ਦਿੱਤੀ ਸੀਗੀ 1566 ਦੇ ਵਿੱਚ। ਕਹਿੰਦੇ ਇਟ ਵਾਸ ਫਰਦਰ ਐਲੈਬੋਰੇਟ ਬਾਈ ਇਟਾਲੀਅਨ ਇਕੋਨੋਮਿਸਟ ਦੇਵਨਸ਼ਟੀ ਐਂਡ 1588 ਐਂਡ ਉਸ ਤੋਂ ਬਾਅਦ ਇੰਗਲਿਸ਼ ਇਕੋਨੋਮਿਸਟ ਜੌਹਨ ਲੌਕ ਨੇ ਕਹਿੰਦੇ 1691 ਦੇ ਵਿੱਚ। ਤੇ ਉਸ ਤੋਂ ਬਾਅਦ ਇਰਵਿੰਗ ਫਿਸ਼ਰ ਤੇ ਮਾਰਸ਼ਲ ਪਿਗੂ ਰੋਬਿਨਸਟਨ ਨੇ ਕੁਆਂਟਿਟੀ ਥਿਊਰੀ ਆਫ ਮਨੀ ਦਿੱਤੀਆਂ ਨੇ ਜੋ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਫਿਸ਼ਰ ਦੀ ਪੜਾਂਗੇ, ਫਿਰ ਮਾਰਸ਼ਲ ਦੀ, ਫਿਰ ਪਿਗੂ ਦੀ, ਫਿਰ ਰੋਬਿਨਸਟਨ ਦੀ, ਕਿ ਉਹਨਾਂ ਨੇ ਵੈਲਿਊ ਆਫ ਮਨੀ ਨੂੰ ਕਿੱਦਾਂ ਡਿਟਰਮਾਈਨ ਕੀਤਾ, ਡਿਮਾਂਡ ਫॉर ਮਨੀ ਐਂਡ ਸਪਲਾਈ ਆਫ ਮਨੀ ਨੂੰ ਕਿੱਦਾਂ ਦੇਖਿਆ ਹੈ। ਤਾਂ ਪ੍ਰੋਫੈਸਰ ਮਿਲਟਨ ਫਰੀਡਮੈਨਸ ਨੇ ਕਹਿੰਦੇ ਫਾਰਵਰਡ ਮਾਡਰਨ ਕੁਆਂਟਿਟੀ ਥਿਊਰੀ ਆਫ ਮਨੀ ਦਿੱਤੀ ਆ। ਕਹਿੰਦੇ ਅਕੋਰਡਿੰਗ ਟੂ ਕੁਆਂਟਿਟੀ ਥਿਊਰੀ ਆਫ ਮਨੀ ਦੇयर ਇਜ਼ ਅ ਡਾਇਰੈਕਟ ਐਂਡ proportionate relationship between the quantity of money and general price level। ਕਹਿੰਦੇ ਜਿੰਨੇ ਵੀ ਇਹ ਕਲਾਸੀਕਲ ਇਕੋਨੋਮਿਸਟ ਨੇ ਇਹਨਾਂ ਨੇ ਜਿਹੜੀ ਆਪਣੀ ਕੁਆਂਟਿਟੀ ਥਿਊਰੀ ਆਫ ਮਨੀ ਆ ਉਹਦੇ ਵਿੱਚ ਕੀ ਬੋਲਿਆ ਹੈ ਕਿ ਜਿਹੜੀ ਆਪਣੀ ਮਨੀ ਹੈ ਉਹਦੇ ਵਿੱਚ ਤੇ ਆਪਣਾ ਪ੍ਰਪੋਰਸ਼ਨਟ ਮਨੀ ਦੇ ਵਿੱਚ ਡਾਇਰੈਕਟ ਐਂਡ ਪ੍ਰਪੋਰਸ਼ਨਟ ਰਿਲੇਸ਼ਨਸ਼ਿਪ ਹੈ ਕੁਆਂਟਿਟੀ ਆਫ ਮਨੀ ਐਂਡ ਜਨਰਲ ਪ੍ਰਾइस ਲੈਵਲ। ਇੱਕ ਸਾਈਡ ਪ੍ਰਾइस ਲੈਵਲ ਹੈ, ਦੂਸਰੀ ਸਾਈਡ ਆਪਣਾ ਕੁਆਂਟਿਟੀ ਆਫ ਮਨੀ ਹੈ। ਕਹਿੰਦੇ ਦੋਨਾਂ ਦੇ ਵਿੱਚ ਕੀ ਆ, ਪ੍ਰਪੋਰਸ਼ਨਲ ਤੇ ਡਾਇਰੈਕਟ ਰਿਲੇਸ਼ਨਸ਼ਿਪ ਹੈ। ਡਾਇਰੈਕਟ ਮੀਨਸ ਪੋਜ਼ਿਟਿਵ ਰਿਲੇਸ਼ਨਸ਼ਿਪ ਐਂਡ ਪ੍ਰਪੋਰਸ਼ਨਲ ਮਤਲਬ ਇਕੁਅਲ ਚੇਂਜ ਮੀਨਸ ਜਿੰਨੀ ਕੁਆਂਟਿਟੀ ਆਫ ਮਨੀ ਚੇਂਜ ਹੁੰਦੀ ਹੈ ਉਨੀ ਆਪਣੀ ਪ੍ਰਾइस ਕੀ ਹੋਏਗੀ, ਚੇਂਜ ਹੋ ਜਾਏਗੀ। अगर क्वांटिटी अपनी मनी दी 10% इंक्रीज हो जाए तो प्राइस भी की हो जाएगी, 10% इंक्रीज हो जाएगी। अगर क्वांटिटी ऑफ मनी 10% डिक्रीज हुई तो प्राइसिस भी की हो जाएंगे, 10% डिक्रीज हो जाएंगे। ठीक है, कहते क्वांटिटी ऑफ मनी एंड जनरल प्राइस लेवल एंड इनवर्स प्रोपोर्शनल रिलेशनशिप बिटवीन द क्वांटिटी ऑफ मनी एंड वैल्यू ऑफ मनी। दूसरी तरफ कहते एक साइड क्वांटिटी ऑफ मनी ते प्राइस दोनों ਦੇ ਵਿੱਚ ਪੋਜ਼ਿਟਿਵ ਤੇ ਡਾਇਰੈਕਟ ਰਿਲੇਸ਼ਨਸ਼ਿਪ ਹੈ ਐਂਡ ਦੂਸਰੀ ਸਾਈਡ ਕੁਆਂਟਿਟੀ ਆਫ ਮਨੀ ਐਂਡ ਵੈਲਿਊ ਆਫ ਮਨੀ ਇਹਦੇ ਵਿੱਚ ਕੀ ਆ, ਇਨਵਰਸ ਰਿਲੇਸ਼ਨਸ਼ਿਪ ਆ, ਨੈਗੇਟਿਵ ਐਂਡ ਪ੍ਰਪੋਰਸ਼ਨਲ ਰਿਲੇਸ਼ਨਸ਼ਿਪ ਆ। ਕਿਉਂਕਿ ਕਹਿੰਦੇ ਜਦੋਂ ਕੁਆਂਟਿਟੀ ਆਫ ਮਨੀ ਮਾਰਕੀਟ ਦੇ ਵਿੱਚ ਕੀ ਆ, ਆਪਣੀ ਮਨੀ ਦੀ ਕੁਆਂਟਿਟੀ ਇਨਕਰੀਜ਼ ਹੁੰਦੀ ਆ ਤਾਂ ਇਹਦੇ ਨਾਲ ਕੀ ਆ, ਜਿਹੜੀ ਆਪਣੀ ਪ੍ਰਾਈਸਿਸ ਨੇ ਉਹ ਇਨਕਰੀਜ਼ ਹੋ ਜਾਂਦੀਆਂ ਨੇ। ਤਾਂ ਪ੍ਰਾਈਸਿਸ ਇਨਕਰੀਜ਼ ਹੋਣ ਦੇ ਨਾਲ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ 5 ਰੁਪੀਜ਼ ਵਾਲੀ 10 ਰੁਪੀਜ਼ ਦੀ ਮਿਲਦੀ ਹੈ ਚੀਜ਼, ਤਾਂ ਵੈਲਿਊ ਆਫ ਮਨੀ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਤਾਂ ਇਹਦਾ ਮਤਲਬ ਇਹ ਹੈ ਕਿ ਜਿੰਨੀ ਕੁਆਂਟਿਟੀ ਆਫ ਮਨੀ ਇਨਕਰੀਜ਼ ਹੋਏਗੀ ਇਕੋਨਮੀ ਦੇ ਵਿੱਚ ਓਨੀ ਹੀ ਵੈਲਿਊ ਆਫ ਮਨੀ ਡਿਕਰੀਜ਼ ਹੋਏਗੀ। ਜਿੰਨੀ ਕੁਆਂਟਿਟੀ ਆਫ ਮਨੀ ਡਿਕਰੀਜ਼ ਹੋਏਗੀ ਓਨੀ ਹੀ ਵੈਲਿਊ ਆਫ ਮਨੀ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਇਹਨਾਂ ਦੇ ਵਿੱਚ ਪੋਜ਼ਿਟਿਵ ਤੇ ਡਾਇਰੈਕਟ ਤੇ ਇਨਡਾਇਰੈਕਟ ਰਿਲੇਸ਼ਨਸ਼ਿਪ ਹੈ। ਠੀਕ ਹੈ, ਪੋਜ਼ਿਟਿਵ ਕੁਆਂਟਿਟੀ ਆਫ ਮਨੀ ਤੇ ਪ੍ਰਾਈਸ ਦੇ ਵਿੱਚ ਐਂਡ ਨੈਗੇਟਿਵ ਕੁਆਂਟਿਟੀ ਆਫ ਮਨੀ ਤੇ ਵੈਲਿਊ ਆਫ ਮਨੀ ਦੇ ਵਿੱਚ। ਤਾਂ ਉਸ ਤੋਂ ਬਾਅਦ ਕਹਿੰਦੇ ਇਹਨਾਂ ਦੇ ਵਿੱਚ ਕੀ ਆ, ਫਿਸ਼ਰ ਨੇ ਇਹਦੀ ਜਿਹੜੀ ਡੈਫੀਨੇਸ਼ਨ ਨੇ ਦਿੱਤੀ ਹੈ, ਅਦਰ ਥਿੰਗਸ ਰਿਮੇਨਿੰਗ ਅਨਚੇਂਜਡ। ਕਹਿੰਦੇ ਅਦਰ ਥਿੰਗਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ। ਐਜ਼ ਦ ਕੁਆਂਟਿਟੀ ਆਫ ਮਨੀ ਇਨ ਦ ਸਰਕੂਲੇਸ਼ਨ ਇਨਕਰੀਜ਼ਿਸ ਦਾ ਪ੍ਰਾਈਸ ਲੈਵਲ ਇਨਕਰੀਜ਼ਿਸ ਇਨ ਡਾਇਰੈਕਟ ਪ੍ਰੋਪੋਰਸ਼ਨਲ। ਕਹਿੰਦੇ ਅਗਰ ਕੁਆਂਟਿਟੀ ਆਫ ਮਨੀ ਇਕੋਨਮੀ ਦੇ ਵਿੱਚ ਇਨਕਰੀਜ਼ ਹੁੰਦੀ ਆ ਤਾਂ ਪ੍ਰਾਈਸਿਸ ਵੀ ਓਨਾ ਹੀ ਕੀ ਹੁੰਦਾ ਹੈ, ਇਨਕਰੀਜ਼ ਹੁੰਦਾ ਹੈ। ਐਂਡ ਦੂਸਰੀ ਤਰਫ ਕਹਿੰਦੇ ਜਦੋਂ ਵੈਲਿਊ ਆਫ ਮਨੀ ਕੀ ਹੈ, ਡਿਕਰੀਜ਼ਿਸ ਹੁੰਦੀ ਹੈ ਐਂਡ ਵਾਈਸ ਵਰਸਾ। ਜਦੋਂ ਕੁਆਂਟਿਟੀ ਆਫ ਮਨੀ ਇਨਕਰੀਜ਼ ਹੁੰਦੀ ਹੈ ਤਾਂ ਵੈਲਿਊ ਆਫ ਮਨੀ ਕੀ ਹੁੰਦੀ ਆ, ਡਿਕਰੀਜ਼ ਹੁੰਦੀ ਆ। ਕਹਿੰਦੇ ਟੂ ਵੇਰੀਐਂਟਸ ਆਫ ਦਾ ਕੁਆਂਟਿਟੀ ਥਿਊਰੀ ਆਫ ਮਨੀ। ਕੁਆਂਟਿਟੀ ਥਿਊਰੀ ਆਫ ਮਨੀ ਦੇ ਟੂ ਵੇਰੀਐਂਟਸ ਨੇ ਜਿਨ੍ਹਾਂ ਨੂੰ ਜਾਣਨਾ ਜ਼ਰੂਰੀ ਹੈ। ਠੀਕ ਹੈ, ਟੂ ਅਪਰੋਚਿਸ ਦਿੱਤੀਆਂ ਗਈਆਂ ਨੇ ਕੁਆਂਟਿਟੀ ਥਿਊਰੀ ਆਫ ਮਨੀ ਨੂੰ ਲੈ ਕੇ। ਇੱਕ ਹੈਗੇ ਟ੍ਰਾਂਜੈਕਸ਼ਨ ਅਪਰੋਚ ਜਿਹਨੂੰ ਆਪਾਂ ਫਿਸ਼ਰ ਇਕੁਏਸ਼ਨ ਕਹਿੰਦੇ ਆ ਐਂਡ ਦੂਸਰੀ ਇਜ਼ ਦਾ ਕੈਸ਼ ਬੈਲੈਂਸ ਔਰ ਕੈਂਬਰਿਜ ਇਕੁਏਸ਼ਨ। ਕਹਿੰਦੇ ਕੁਆਂਟਿਟੀ ਥਿਊਰੀ ਆਫ ਮਨੀ ਨੂੰ ਦੇਖਣ ਦੇ ਲਈ ਆਪਾਂ ਟੂ ਅਪਰੋਚਿਸ ਦੇਖਾਂਗੇ। ਇੱਕ ਤਾਂ ਫਿਸ਼ਰ ਦੀ ਅਪਰੋਚ ਦੇਖਾਂਗੇ ਜੋ ਟ੍ਰਾਂਜੈਕਸ਼ਨ ਜਿਹੜੀ ਹੈ ਅਪਰੋਚ ਹੈ ਐਂਡ ਦੂਸਰੀ ਹੈ ਆਪਣੀ ਕੈਂਬਰਿਜ ਅਪਰੋਚ ਜਿਹਨੂੰ ਕੈਸ਼ ਬੈਲੈਂਸ ਅਪਰੋਚ ਕਹਿੰਦੇ ਆ। ਤਾਂ ਫਰਸਟਲੀ ਦੇਖਦੇ ਆਪਾਂ ਫਿਸ਼ਰਸ ਅਪਰੋਚ। ਠੀਕ ਹੈ,
ट्रांजैक्शन अप्रोच इक्वेशन। तद ਆਪਾਂ ਦੇਖਦੇ ਹਾਂ ਕਹਿੰਦੇ ਦਾ ਪਰਚੇਸਿੰਗ ਪਾਵਰ ਮਨੀ ਜਿਹੜੀ ਬੁੱਕ ਹੈ ਉਹਦੇ ਵਿੱਚ 1911 ਦੇ ਵਿੱਚ ਇਰਵਿੰਗ ਫਿਸ਼ਰਸ ਨੇ ਫਾਰਵਰਡ ਟ੍ਰਾਂਜੈਕਸ਼ਨ ਅਪਰੋਚ ਦਿੱਤੀ ਸੀਗੀ ਕੁਆਂਟੀਟੀ ਥਿਊਰੀ ਆਫ ਮਨੀ ਦੀ। ਕਹਿੰਦੇ ਉਹਨਾਂ ਨੇ ਕੀ ਲਿਖਤਾ ਸੀ ਅਕੋਰਡਿੰਗ ਟੂ ਹਿਮ ਕੀ ਕਹਿੰਦੇ ਨੇ ਫਿਸ਼ਰ the quantity theory is correct in the sense that level of prices varies directly with the quantity of money in circulation moved the velocity of circulations of that money and volume of trade are not changed। ਕਹਿੰਦੇ ਉਹ ਰਿਲੇਸ਼ਨਸ਼ਿਪ ਦੱਸਦੇ ਨੇ ਕਿ ਕੁਆਂਟੀਟੀ ਆਫ ਮਨੀ ਦੇ ਥਰੂ ਕਿੱਦਾਂ ਹੀ ਜਿਹੜੀ ਆਪਣੀ ਵੋਲੈਸਿਟੀ ਆਫ ਮਨੀ ਆ ਕੁਆਂਟੀਟੀ ਆਫ ਮਨੀ ਇਨਕਰੀਜ਼ ਹੁੰਦੀ ਆ ਤਾਂ ਵੋਲੈਸਿਟੀ ਆਫ ਮਨੀ ਕਿੰਨੀ ਹੈ ਮੀਨਸ ਆਪਣੀ ਜਿਹੜੀ ਇਕਨੋਮੀ ਆ ਉਹਦੇ ਵਿੱਚ ਅਗਰ 10 ਰੁਪੀਸ ਮੇਰੀ ਪਾਕਟ ਦੇ ਵਿੱਚ ਨੇ ਤਾਂ 10 ਰੁਪੀਸ ਕਿੰਨੇ ਪਰਸਨਸ ਦੇ ਹੈਂਡਸ ਦੇ ਵਿੱਚ ਘੁੰਮਦੇ ਨੇ ਦੈਟ ਇਜ਼ ਅ ਵੋਲੈਸਿਟੀ ਆਫ ਮਨੀ ਇਨ ਸਰਕੂਲੇਸ਼ਨਸ। ਠੀਕ ਹੈ ਜਿਹਦੇ ਥਰੂ ਕਹਿੰਦੇ ਟ੍ਰੇਡ ਤੇ ਕੋਈ ਵੀ ਇਫੈਕਟ ਨਹੀਂ ਪੈ ਰਿਹਾ ਆਪਾਂ ਨੇ ਉਹ ਚੈੱਕ ਕਰਨਾ ਹੈ। ਤਾਂ ਫਿਸ਼ਰ ਕੀ ਕਹਿੰਦੇ ਨੇ ਡਿਮਾਂਡ ਫॉर ਮਨੀ ਇਜ਼ ਮੇਡ ਫॉर द ट्रांजैक्शन मोटिव्स। ਤਾਂ ਕੀ ਬੋਲਿਆ ਹੈ ਜਿਵੇਂ ਕਿ ਆਪਾਂ ਡਿਮਾਂਡ ਫॉर ਮਨੀ ਕਹਿ ਰਹੇ ਹਾਂ ਇਸ ਚੈਪਟਰ ਇਸ ਟੌਪਿਕ ਨੂੰ ਪੜ੍ਹ ਰਹੇ ਹਾਂ ਤਾਂ ਡਿਮਾਂਡ ਫॉर ਮਨੀ ਫਿਸ਼ਰ ਦੇ ਅਕੋਰਡਿੰਗ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ ਡਿਮਾਂਡ ਫॉर ਮਨੀ ਡਿਪੈਂਡ ਕਰਦੀ ਹੈ ਟ੍ਰਾਂਜੈਕਸ਼ਨ ਮੋਟਿਵ ਤੇ। ਕਹਿੰਦੇ ਓਨਲੀ ਆਪਾਂ ਮਨੀ ਦੀ ਡਿਮਾਂਡ ਕਰਦੇ ਹਾਂ ਕਿਉਂ ਕਰਦੇ ਹਾਂ ਕਿਉਂਕਿ ਆਪਾਂ ਨੇ ਟ੍ਰਾਂਜੈਕਸ਼ਨ ਕਰਨੀ ਹੁੰਦੀ ਆ ਬਿਟਵੀਨ ਦਾ ਗੁੱਡਸ ਐਂਡ ਸਰਵਿਸਿਜ਼ ਮੀਨਸ ਆਪਾਂ ਨੇ ਕੀ ਆਪਣੀਆਂ ਡੇਲੀ ਨੀਡਸ ਪੂਰੀਆਂ ਕਰਨ ਦੇ ਲਈ ਗੁੱਡਸ ਨੂੰ ਬਾਏ ਕਰਨ ਦੇ ਲਈ ਸਰਵਿਸਿਜ਼ ਨੂੰ ਲੈਣ ਦੇ ਲਈ जो पैसे का लेन देन करना है वो ट्रांजैक्शन मोटिव के लिए अपने को मनी का होना की है जरूरी है। कहते वैल्यू ऑफ मनी लाइक एनी अदर गुड्स डिटरमिन्ड बाय द डिमांड फॉर एंड सप्लाई ऑफ मनी। ਹੁਣ ਵੈਲਿਊ ਆਫ ਮਨੀ ਕਿਸ ਦੇ ਥਰੂ ਕਹਿੰਦੇ ਤੈਅ ਕੀਤੀ ਜਾਂਦੀ ਹੈ ਕਿਸ ਦੇ ਥਰੂ ਤੈਅ ਹੁੰਦੀ ਹੈ ਮਨੀ ਦੀ ਡਿਮਾਂਡ ਤੇ ਸਪਲਾਈ ਦੇ ਥਰੂ ਤੈਅ ਹੁੰਦੀ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕਿ ਸਪਲਾਈ ਦੇ ਨਾਲ ਤਾਂ ਜੋ ਕੀ ਹੈ ਵੈਲਿਊ ਆਫ ਮਨੀ ਦਾ ਇਨਡਾਇਰੈਕਟ ਰਿਲੇਸ਼ਨਸ਼ਿਪ ਆ। ਠੀਕ ਹੈ ਕਿਉਂਕਿ ਵੈਲਿਊ ਜਦੋਂ ਸਪਲਾਈ ਵਧਦੀ ਆ ਮਨੀ ਦੀ ਤਾਂ ਵੈਲਿਊ ਘਟ ਜਾਂਦੀ ਹੈ। ਠੀਕ ਹੈ तद आप देखते हैं वैल्यू ऑफ मनी ਨੂੰ ਚੈੱਕ ਕਰਨਾ ਫਿਸ਼ਰ ਅਪਰੋਚ ਦੇ ਅਕੋਰਡਿੰਗ ਤਾਂ ਇੱਕ ਸਾਈਡ ਆਪਾਂ ਕੀ ਲਵਾਂਗੇ ਡਿਮਾਂਡ ਫॉर ਮਨੀ ਐਂਡ ਦੂਸਰੀ ਸਾਈਡ ਲਵਾਂਗੇ ਵੈਲਿਊ ਆਫ ਮਨੀ। ਜਿੱਥੇ ਦੋਨੇ ਇਕੁਅਲ ਹੋਣਗੇ ਉੱਥੇ ਜਿਹੜੀ ਵੈਲਿਊ ਦੀ ਆਪਣੀ ਮਨੀ ਦੀ ਵੈਲਿਊ ਕੀ ਹੋਏਗਾ ਸੈਟ ਕੀਤੀ ਜਾਏਗੀ। ਤਾਂ ਡਿਮਾਂਡ ਫॉर ਮਨੀ ਐਂਡ ਸਪਲਾਈ ਆਫ ਮਨੀ ਆਪਾਂ ਦੋਵੇਂ ਦੇਖਾਂਗੇ। ਤਾਂ ਸਭ ਤੋਂ ਪਹਿਲੇ ਇਹਦੀਆਂ ਅਜ਼ੰਪਸ਼ਨਸ ਨੇ ਅਜ਼ੰਪਸ਼ਨਸ ਆਫ ਕੁਆਂਟੀਟੀ ਥਿਊਰੀ ਆਫ ਮਨੀ। ਤਾਂ ਸਭ ਤੋਂ ਪਹਿਲਾਂ ਅਜ਼ੰਪਸ਼ਨਸ ਪੜਾਂਗੇ ਤਾਂ ਫਰਸਟ ਅਜ਼ੰਪਸ਼ਨ ਇਜ਼ ਕਾਂਸਟੈਂਟ ਵੋਲੈਸਿਟੀ ਔਰ ਕਾਂਸਟੈਂਟ v ਐਂਡ v ਡੈਸ਼। ਹੁਣ ਦੇਖੋ ਜਿਹੜੀ ਆਪਣੀ ਇਹ ਇਕੁਏਸ਼ਨਸ ਹੈ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਂਗੀ। ਇਕੁਏਸ਼ਨਸ ਦੇ ਵਿੱਚ ਦੇਖ ਲਓ ਤੁਸੀਂ ਇੱਥੇ PT ਠੀਕ ਹੈ ਪ੍ਰਾਈਸ ਫॉर ਟ੍ਰਾਂਜੈਕਸ਼ਨ ਇਜ਼ ਇਕੁਅਲ ਟੂ MV प्लस M डैश V डैश। ਜਿਹੜੀ M डैश ਤੇ V डैश ਹੈ ਇਹ ਬੈਂਕਸ ਦੀ ਜੋ ਵੋਲੈਸਿਟੀ ਹੈ ਤੇ ਮਨੀ ਬੈਂਕਸ ਦੇ ਕੋਲ ਡਿਪੋਜ਼ਿਟ ਨੇ ਉਸ ਦੀ ਗੱਲ ਕੀਤੀ ਗਈ ਆ। ਤਾਂ ਇੱਥੇ ਕਾਂਸਟੈਂਟ ਵੋਲੈਸਿਟੀ ਆ ਮੀਨਸ ਜਿਹੜੀ ਕਾਂਸਟੈਂਟ V ਐਂਡ V ਡੈਸ਼ ਜਿਹੜੀ ਵੋਲੈਸਿਟੀ ਆ ਜਦੋਂ ਮਨੀ ਕਹਿੰਦੇ ਸਰਕੂਲੇਸ਼ਨਸ ਦੇ ਵਿੱਚ ਹੁੰਦੀ ਆ ਕਿਉਂਕਿ ਮੇਰੇ ਕੋਲ 10 ਰੁਪੀਸ ਨੇ ਮੈਂ ਕਿਸੇ ਤੋਂ ਚੀਜ਼ ਬਾਏ ਕੀਤੀ ਮੈਂ ਉਹਨੂੰ 10 ਰੁਪੀਸ ਦੇਤੀ ਤਾਂ ਉਹੀ ਪਰਸਨਸ ਨੇ ਕਿਸੇ ਹੋਰ ਤੋਂ ਚੀਜ਼ ਬਾਏ ਕੀਤੀ ਉਹਨੇ ਉਸਨੂੰ 10 ਰੁਪੀਸ ਦਿੱਤੀ ਤੇ ਫਿਰ ਉਸਨੇ ਕਿਸੇ ਹੋਰ ਪਰਸਨਸ ਨੂੰ ਇਸੇ ਤਰ੍ਹਾਂ ਕਿ ਉਹ 10 ਰੁਪੀਸ ਨੇ ਉਹ ਡਿਫਰੈਂਟ ਪਰਸਨਸ ਦੇ ਹੈਂਡ ਦੇ ਵਿੱਚ ਕੀ ਹੋਣਗੇ ਮੂਵ ਹੋਣਗੇ। ਦਿਸ ਇਜ਼ ਦਾ ਵੋਲੈਸਿਟੀ ਆਫ ਮਨੀ ਕਿ ਆਪਾਂ 10 ਰੁਪੀਸ ਨੂੰ ਕਿੰਨੀ ਵਾਰ ਇਕਨੋਮੀ ਦੇ ਵਿੱਚ ਯੂਜ਼ ਕਰਦੇ ਹਾਂ ਫॉर ਦਾ ਐਕਸਚੇਂਜ। ਲੇਕਿਨ ਇਹਨਾਂ ਨੇ ਕੀ ਬੋਲਿਆ ਕਾਂਸਟੈਂਟ ਵੋਲੈਸਿਟੀ ਮੀਨਸ ਜਿਹੜੀ ਵੋਲੈਸਿਟੀ ਉਹ ਕੀ ਹੋਏਗੀ ਕਾਂਸਟੈਂਟ ਰਹੇਗੀ ਤਾਂ ਉਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ। ठीक है क्रेडिट मनी या चाहे बैंक मनी है क्रेडिट मनी मीन्स बैंक मनी जो V डैश है एंड जो V जो अपने कोल मनी है एंड उस तो बाद फुल इंप्लॉयमेंट इन्होंने की बोलिया है कि इकोनॉमी ਦੇ ਵਿੱਚ ਕੀ ਆ फुल इंप्लॉयमेंट रहेगा स्टेट ਦੇ ਵਿੱਚ ਇਹ ਅਸਿਊਮ ਕੀਤਾ ਹੈ ਕਾਂਸਟੈਂਟ ट्रेड ट्रांजैक्शंस कहते ਜਿਹੜੀਆਂ ਫਿਸ਼ਰ ਨੇ ਅਸਿਊਮ ਕੀਤਾ ਹੈ ਜਿਹੜੀਆਂ ਟ੍ਰਾਂਜੈਕਸ਼ਨਸ ਹੋਣਗੀਆਂ ਉਹ ਕੀ ਆ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ ਹੋਣਗੀਆਂ। ਵੋਲਿਊਮ ਆਫ ਗੁੱਡਸ ਐਂਡ ਸਰਵਿਸਿਜ਼ ਸਿਕਿਉਰਿਟੀਜ਼ ਨੇ ਜਿਹੜੀਆਂ ਉਹ ਰਿਮੇਨ ਕਾਂਸਟੈਂਟ ਰਹਿਣਗੀਆਂ। ਕਾਂਸਟੈਂਟ ਪ੍ਰਪੋਰਸ਼ਨੇਟ ਬਿਟਵੀਨ ਦਾ M ਐਂਡ M ਡੈਸ਼ ਇੱਥੇ M ਐਂਡ M ਲਿਖਿਆ ਹੋਇਆ ਹੈ ਇੱਥੇ M ਐਂਡ M ਡੈਸ਼ ਹੈ। व्हाट इज M ਐਂਡ M ਡੈਸ਼ ਜਿਹੜੀ ਚੇਂਜ ਇਨ ਦਾ ਕੁਆਂਟੀਟੀ ਆਫ ਬੈਂਕ ਮਨੀ ਇਜ਼ ਦਾ M ਡੈਸ਼ ਐਂਡ ਚੇਂਜ ਇਨ ਦਾ क्वांटिटी ऑफ करेंसी इज द M चेंज इन द करेंसी जे लईए ਆਪਾਂ ਪੂਰੀ ਤਾਂ M ਹੋ ਗਿਆ ਐਂਡ ਬੈਂਕ ਦੇ ਥਰੂ ਜੋ ਵੀ ਚੇਂਜ ਹੈ ਦੈਟ ਇਜ਼ ਅ M ਡੈਸ਼। ਠੀਕ ਹੈ when the quantity of currency expands then there is a proportionate expansion of bank money। ਜਦੋਂ ਕਹਿੰਦੇ ਆਪਣੀ ਕੁਆਂਟੀਟੀ ਆਫ ਮਨੀ ਇਨਕਰੀਜ਼ ਹੁੰਦੀ ਹੈ M ਇਨਕਰੀਜ਼ ਹੁੰਦੀ ਹੈ ਤਾਂ ਆਟੋਮੈਟਿਕਲੀ ਜਿਹੜੀ ਬੈਂਕਸ ਦੇ ਥਰੂ ਆ ਕੰਟਰੈਕਸ਼ਨਸ ਕੀ ਆ ਜਾਂ ਐਕਸਪੈਂਸ਼ਨ ਹੋ ਕੀ ਹੋ ਜਾਂਦੀ ਹੈ ਇਨਕਰੀਜ਼ ਹੋ ਜਾਂਦੀ ਹੈ M ਡੈਸ਼ ਵੀ ਕੀ ਆ कांस्टेंट रहती है जो चेंज हो जाती है। उस तो बाद है ਤੁਹਾਡਾ दिस इज द बेसिक assumptions of Fisher's equation। now the transaction approach जो अपनी फिशर अप्रोच है ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ फर्स्ट इज अ PT ਆਪਾਂ ਨੇ ਇਹਦੇ ਵਿੱਚ ਕੀ ਲਿਖਣਾ ਹੈ ਕਿ ਵੈਲਿਊ ਆਫ ਮਨੀ ਉੱਥੇ
डिटरमाइन होएगी जिथे डिमांड फॉर मनी एंड सप्लाई ऑफ मनी की होएगी इक्वल होगी। तो फिशर दी इक्वेशन किया PT इज इक्वल टू MB प्लस M डैश V डैश, जो कि तुसी इस दे विच ऊपर देख सकते हो। तो व्हाट इज PT and MB or M dash V dash? First is M is a money in circulation की इकोनॉमी ਦੇ ਵਿੱਚ ਕਿੰਨੀ ਮਨੀ ਸਰਕੂਲੇਸ਼ਨ ਦੇ ਵਿੱਚ ਹੈ, and V is the velocity of circulation of money, ਜਿੰਨੀ ਵੀ ਮਨੀ ਸਰਕੂਲੇਸ਼ਨ ਦੇ ਵਿੱਚ ਹੈ ਉਹ ਕਿੰਨੀ ਵਾਰ ਮੂਵ ਹੁੰਦੀ ਹੈ 1% to second persons, ਕਿੰਨੀ ਵਾਰ ਆਪਾਂ ਨੂੰ ਯੂਜ਼ ਕਰਦੇ ਹਾਂ। ਐਂਡ ਉਸ ਤੋਂ ਬਾਅਦ ਹੈ ਆਪਣੀ T M dash is the total quantity of credit money banks ਦੇ ਥਰੂ ਜੋ ਵੀ ਕਹਿੰਦੇ ਕ੍ਰੈਡਿਟ ਦੇ ਲਈ ਮਨੀ ਦਿੱਤੀ ਜਾਂਦੀ ਹੈ, that is a M dash। ਉਸ ਤੋਂ ਬਾਅਦ V dash velocity of circulation in credit money, ਕਿ ਉਹ credit money ਕ੍ਰੈਡਿਟ ਕ੍ਰੀਏਸ਼ਨਸ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਇੱਕੋ ਵਾਰ ਜਦੋਂ ਪ੍ਰਾਇਮਰੀ ਡਿਪੋਜ਼ਿਟ ਹੁੰਦਾ ਤਾਂ ਉਸ ਤੋਂ ਬਾਅਦ ਜੇਕਰ 1000 ਪ੍ਰਾਇਮਰੀ ਡਿਪੋਜ਼ਿਟ ਆ ਤਾਂ ਆਪਾਂ ਉਸ ਤੋਂ 10000 ਜੋ ਹੈ ਕ੍ਰੈਡਿਟ ਕ੍ਰੀਏਸ਼ਨ ਕਰਦੇ ਆ, ਠੀਕ ਹੈ, ਕਿਉਂਕਿ ਉਹ ਪਰਸਨ ਟੂ ਪਰਸਨ ਮੂਵ ਹੁੰਦਾ ਰਹਿੰਦਾ। ਤਾਂ ਇਸ ਤਰ੍ਹਾਂ ਕਹਿੰਦੇ ਕੀ ਆ money in circulation through the banks, that is a M dash, and V dash is the velocity of money in circulations, ਕਿ ਉਹ ਮਨੀ ਹੈ ਜਿਹੜੀ ਉਹ ਕਿੰਨੀ ਵਾਰ ਮੂਵ ਹੁੰਦੀ ਹੈ ਥਰੂ ਦਾ ਬੈਂਕਸ, ਕਿੰਨੀ ਵਾਰ ਉਹਦੀ ਕ੍ਰੈਡਿਟ ਕ੍ਰੀਏਸ਼ਨਸ ਹੁੰਦੀ ਆ। ਦੈਨ ਫਿਰ ਦੇਖੋ ਉਸ ਤੋਂ ਬਾਅਦ ਕਹਿੰਦੇ M ਨੂੰ V ਦੇ ਨਾਲ ਮਲਟੀਪਲਾਈ ਕੀਤਾ ਹੋਇਆ ਹੈ। M is a money, ਠੀਕ ਹੈ, in circulations, and V is the velocity of money, ਜਿਵੇਂ ਕਿ ਮਨੀ ਮੇਰੇ ਕੋਲ ਕੀ ਹੈ 10 ਰੁਪੀਜ਼ ਹੈ ਤੇ ਉਹ ਕਿੰਨੀ ਵਾਰ ਮੂਵ ਹੁੰਦੀ ਆ, ਉਹ 4% ਦੇ ਹੈਂਡਸ ਦੇ ਵਿੱਚ ਮੂਵ ਹੁੰਦੀ ਹੈ, 4 ਵਾਰ ਮੂਵ ਹੁੰਦੀ ਆ। then M is a 10 into V is a 4, that 10 into 4 is equal to 40 आ जाएगा MV, ठीक है, मनी इन सर्कुलेशंस एंड वेलोसिटी प्लस M dash V dash भी तुसी ऐसे ही कैलकुलेट कर सकते हो। अगर तुसी प्राइस लेवल कैलकुलेट करना है कि प्राइस लेवल के थ्रू सानू की पता लगता है, वैल्यू ऑफ मनी पता लगती है। अगर प्राइस ज़्यादा इंक्रीज हो रहा है, क्वांटिटी ऑफ मनी इंक्रीज होने नाल तो इट्स मीन्स वैल्यू ऑफ मनी की है डिक्रीज हो रही है। तो ਇਹਦਾ मतलब कि अपने प्राइस जज करना है, तो प्राइस कितना जज करांगे, हुण जो अपनी इक्वेशन है लेफ्ट साइड PT है, ठीक है, इज इक्वल टू MB प्लस M dash V dash। P is the price level and T is the total amount of volume of transaction or trade transactions। P is the मतलब प्राइस, कि प्राइस जिन्हें कि फॉर एग्जांपल 10 रुपीज है किसी भी चीज का, ਤੇ ਟ੍ਰਾਂਜੈਕਸ਼ਨਸ ਕੀ ਆ, ਮੈਂ ਕਿੰਨੀ ਵਾਰ ਇਹਨੂੰ ਲੈ ਰਹੇ ਹਾਂ, ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਉਹਦੇ ਨਾਲ ਮਲਟੀਪਲਾਈ ਕਰਾਂਗੇ ਹਾਂ ਤਦ ਆਪਣਾ ਜੋ PT ਹੈ ਉਹ ਨਿਕਲ ਆਏਗਾ। ਤਾਂ ਪ੍ਰਾਈਸ ਦੇਖਣ ਦੇ ਲਈ ਆਪਾਂ ਕੀ ਕਰਾਂਗੇ, MB plus M dash V dash ਨੂੰ ਉਦਾਂ ਹੀ ਰਹਿਣ ਦੇਵਾਂਗੇ, ਉਸ ਦੇ ਨੀਚੇ ਕੀ ਲੈ ਜਾਵਾਂਗੇ, T ਲੈ ਜਾਵਾਂਗੇ। T ਕੀ ਹੈ, ट्रांजैक्शंस बाय द प्राइस लेवल, टोटल ट्रेड जो अपनी हो रही है। तो आप P इक्वल टू क्या आ जाएगा, MB प्लस M dash V dash डिवाइड बाय T आ जाएगा। सपोजिंग M की अपने को जिवें कि हुण अपने प्राइस देखना है, ठीक है, तो वैल्यू ऑफ मनी जज करनी है। वैल्यू ऑफ मनी तुहानूं पता ही की हुंदी है 1 डिवाइड बाय P हुंदी है। तो सब तो पहले की अपना प्राइस कटना जरूरी है। तो फिशर की इक्वेशन जिस थ्रू असीं प्राइस कट लवांगे, जो इक्वेशन दी हुई है उसके नीचे या दूसरी साइड T ले जावांगे, MB प्लस M dash V dash डिवाइड बाय T। ਤਾਂ ਹੁਣ ਇਹਦੇ ਵਿੱਚ ਪੁੱਟ ਕਰਾਂਗੇ, ਸਪੋਜ਼ਿੰਗ ਆਪਣੇ ਪ੍ਰਾਈਸ ਚੈੱਕ ਕਰਨੇ, ਵੈਲਿਊ ਆਫ ਮਨੀ ਚੈੱਕ ਕਰਨੀ ਆ। M ਕੀ ਆਪਣੇ ਕੋਲ 100 ਹੈ, ਠੀਕ ਹੈ, ਮਨੀ ਇਨ ਸਰਕੂਲੇਸ਼ਨ 100 ਹੈ ਤੇ ਵੈਲੋਸਿਟੀ ਕਿੰਨੀ ਵਾਰ ਮੂਵ ਹੋ ਰਹੀ ਹੈ, ਉਹ ਮਨੀ 8 ਟਾਈਮਸ ਮੂਵ ਹੋ ਰਹੀ ਹੈ। ਤੇ ਉਸ ਤੋਂ ਬਾਅਦ M ਡੈਸ਼ ਕਿੰਨੀ ਹੈ, ਬੈਂਕਸ ਦੇ ਵਿੱਚ ਜੋ ਮਨੀ ਇਨ ਸਰਕੂਲੇਸ਼ਨ ਹੈ ਕਿੰਨੀ ਹੈ, 200 ਹੈ। ਐਂਡ ਵੈਲੋਸਿਟੀ ਆਫ ਸਰਕੂਲੇਸ਼ਨ ਇਨ ਕ੍ਰੈਡਿਟ ਕ੍ਰੀਏਸ਼ਨ ਕਿੰਨੀ ਆ, 4 ਹੈ, 4 ਵਾਰ ਮੂਵ ਹੋ ਰਹੀ ਹੈ ਬੈਂਕਸ ਦੇ ਥਰੂ। ਤਾਂ ਆਪਣਾ T ਕੀ ਹੈ, ਟ੍ਰਾਂਜੈਕਸ਼ਨ ਟ੍ਰੇਡ ਹੈ ਜਿਹੜੀ ਇਨ ਪ੍ਰਾइसिस ਲੈਵਲ ਤੇ ਕਿੰਨੀ ਹੋ, 400 ਹੈ। ਤਾਂ ਪੁੱਟ ਕਰ ਦੇਣਾ ਆਪਾਂ ਨੇ, ताकि आ जाएगा 100 into 8 plus 200 into 4 divide by 400, 800 plus 800 divide by 400, 1600 divide by 400 equal to 4। the price साडा कितना है, 4 है। ਤੇ ਉਸ ਤੋਂ ਬਾਅਦ वैल्यू ऑफ मनी 1 divided by P means 1 divided by 4 is equal to 0.4 is the price value of money। so 1 divided by 4 is the value of money, ठीक है। तो वैल्यू ऑफ मनी की अपनी 4 है। फिशर होल्ड्स द रेशियो ऑफ क्रेडिट मनी M डैश इन सर्कुलेशन मेन कांस्टेंट बनता है, ठीक है। तो ये थ्रू आप कह सकते हैं। तो उस तो बाद कहते हैं अगर अपनी क्वांटिटी ऑफ मनी क्वांटिटी इंक्रीज होएगी इकोनॉमी दे विच, ठीक है, तब फिर की होएगा, प्राइसिस इंक्रीज होंगे, जो कि इस डायग्राम से विच आप देख सकते हैं। तब कहते किया कहते अपना पॉजिटिव रिलेशनशिप है बिटवीन द क्वांटिटी ऑफ मनी एंड प्राइस लेवल, जो इस डायग्राम से विच बनाया गया है। कहते जो प्राइसिस इंक्रीज होंगे ने तो वैल्यू ऑफ मनी की होंगी है, डिक्रीज होंगी है, ठीक है। जो प्राइसिस वगैरह की होंगे ने, इंक्रीज होंगे ने, तद अपना प्राइसिस इंक्रीज हो जाएगा। मान लो कहते क्वांटिटी ऑफ मनी बढ़ गई, क्वांटिटी ऑफ मनी इन सर्कुलेशन के विच बढ़ गई, तो तुसी किवें देख सकते हो।
For example, M की money in circulation 200 and V is a 8 and M dash is a 400. Money in circulation banks के through and money in circulation economy कहते दोनों बढ़ गया 200 and 400 हो गया तब फिर की हो जाएगा अपना जो है पुट करके देख सकते हो तुसी ट्रांजैक्शन 400 ही है वॉलेसिटी भी 8 ही है V डैश बैंक के थ्रू वॉलेसिटी भी 4 ही है अगर M बढ़ के 100 to 200 अगर M dash money through the banks कहते कितनी 400 होगी तब की होएगा 200 into 800 plus 400 into 4 divide by 400 1600 plus 1600 divide by 400 means 3200 divide by 400 equal to 8 प्राइसेस की इंक्रीज हो जाएगा मनी इंक्रीज होने ਦੇ ਨਾਲ ਕੁਆਂਟੀਟੀ ਇੰਕਰੀਜ਼ ਹੋਣ ਦੇ ਨਾਲ M ਤੇ M ਡੈਸ਼ ਇੰਕਰੀਜ਼ ਹੋਣ ਦੇ ਨਾਲ 8 ਹੋ ਜਾएगा ਜਿਹਦੇ ਥਰੂ ਕਹਿੰਦੇ ਵੈਲਿਊ ਆਫ ਮਨੀ ਕੀ ਹੋ ਜਾਏਗੀ 1 ਡਿਵਾਈਡ ਬਾਈ 8 ਹੋ ਜਾਏਗੀ ਘਟ ਜਾਏਗੀ ਇਸ ਤਰ੍ਹਾਂ ਪ੍ਰਾਈਸ ਬਦਲਣ ਦੇ ਨਾਲ ਜਿਹੜੀ ਵੈਲਿਊ ਆਫ ਮਨੀ ਉਹ ਡਿਕਰੀਜ਼ ਹੁੰਦੀ ਆ ਅਕੋਰਡਿੰਗ ਟੂ ਫਿਸ਼ਰ ਐਂਡ ਕੁਆਂਟੀਟੀ ਆਫ ਮਨੀ ਬਦਲਣ ਦੇ ਨਾਲ ਪ੍ਰਾਈਸਿਸ ਕੀ ਨੇ ਇਨਕਰੀਜ਼ ਹੁੰਦੀਆਂ ਨੇ ਦੈਟ ਇਜ਼ ਅ ਰੀਜ਼ਨ ਕਿ ਜਿਹੜੀ ਵੈਲਿਊ ਆਫ ਮਨੀ ਉਹ ਕੀ ਹੁੰਦੀ ਆ ਡਿਕਰੀਜ਼ ਹੁੰਦੀ ਆ ਠੀਕ ਹੈ ਤਦ ਕਹਿੰਦੇ ਇਹਦਾ ਕੀ ਹੈ ਸਪਲਾਈ ਆਫ ਮਨੀ ਐਂਡ ਡਿਮਾਂਡ ਫॉर ਮਨੀ ਇਨ ਫਿਸ਼ਰ ਇਕੁਏਸ਼ਨਸ ਦੇ ਵਿੱਚ ਕਹਿੰਦੇ ਕੁਆਂਟੀਟੀ ਆਫ ਮਨੀ ਕੀ ਹੁੰਦੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ M plus M dash ਠੀਕ ਹੈ ਤੇ ਉਸ ਤੋਂ ਬਾਅਦ ਵੈਲੋਸਿਟੀ ਆਫ ਮਨੀ ਗ੍ਰੋਸ ਨੈਸ਼ਨਲ ਪ੍ਰੋਡਕਟ ਡਿਵਾਈਡ ਬਾਈ ਮਨੀ ਇਨ ਸਰਕੂਲੇਸ਼ਨ ਐਂਡ ਡਿਮਾਂਡ ਫॉर ਮਨੀ ਸਪਲਾਈ ਆਫ ਮਨੀ ਤਦ ਕੀ ਹੋ ਗਿਆ ਆਪਣੀ ਜੋ ਵੀ ਹੈ M plus M dash ਠੀਕ ਹੈ ਤੇ V dash ਤੇ ਉਸ ਤੋਂ ਬਾਅਦ ਡਿਮਾਂਡ ਫॉर ਮਨੀ ਟ੍ਰਾਂਜੈਕਸ਼ਨਸ ਮੋਟਿਵ ਦੇ ਲਈ ਤੇ ਪ੍ਰਾਈਸ ਲੈਵਲ ਠੀਕ ਹੈ ਤਾਂ ਇਹ ਸੀ ਕਿ ਆਪਣੀ ਫਿਸ਼ਰਸ ਦੀ ਇਕੁਏਸ਼ਨਸ ਤਾਂ ਫਿਸ਼ਰਸ ਦੀ ਇਕੁਏਸ਼ਨ ਸੇ ਕੁਝ ਕਿ ਡੀਮੈਰਿਟਸ ਵੀ ਨੇ ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਡਾਇਗਰਾਮ ਦੇਖ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਦਿਖਾਇਆ ਹੋਇਆ ਹੈ ਕਿ ਪ੍ਰਾਈਸ ਜਦੋਂ ਕੁਆਂਟੀਟੀ ਆਫ ਮਨੀ ਵੱਧਦੀ ਹੈ ਫਿਸ਼ਰ ਦੇ ਅਕੋਰਡਿੰਗ ਮਨੀ ਇਨ ਸਰਕੂਲੇਸ਼ਨ ਸੇ ਇਨਕਰੀਜ਼ ਹੁੰਦੀ ਆ ਤਦ ਫਿਰ ਕੀ ਹੁੰਦਾ ਹੈ ਆਪਣੀ ਜਿਹੜੀ ਪ੍ਰਾਈਸਿਸ ਨੇ ਉਹ ਵੀ ਇਨਕਰੀਜ਼ ਹੁੰਦੀਆਂ ਨੇ ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਉਹ ਐਕਸ ਅਕਸ਼ ਤੇ ਆਪਾਂ ਨੂੰ ਕੁਆਂਟੀਟੀ ਆਫ ਮਨੀ ਡਿਮਾਂਡ ਦਿਖਾਈ ਹੋਈ ਹੈ ਐਂਡ ਉਹ ਵਾਈ ਤੇ ਆਪਾਂ ਨੂੰ ਪ੍ਰਾਈਸਿਸ ਦਿਖਾਈ ਹੋਈਆਂ ਨੇ ਜਦੋਂ ਕੁਆਂਟੀਟੀ ਆਫ ਮਨੀ ਡਿਮਾਂਡਡ इंक्रीज होंगी लाइक Q तो Q1 पहला 45 डिग्री एंगल से की दिखाया है कि प्राइस है जो किस चीज का फंक्शन है मनी का फंक्शन है प्राइस की मनी पे डिपेंड करती है कि मनी की सप्लाई पे डिपेंड करती है मनी इन सर्कुलेशन इंक्रीज द प्राइसेस इंक्रीज द पॉजिटिव रिलेशनशिप दिखाया है तब कहते अगर कहते क्वांटिटी Q1 है तो प्राइस P1 है अगर तुसी इथे नोट डाउन करोगे तो अगर प्राइस क्वांटिटी इंक्रीज हो जाती है क्वांटिटी ऑफ मनी डिमांडेड Q तो Q1 हो जाती है तब प्राइसेस भी इंक्रीज होके की हो जाएगा P तो P1 हो जाएगा ये 40 डिग्री लेफ्ट टू राइट पॉजिटिव कर्व है जो पॉजिटिव रिलेशनशिप दिखा रही है बिटवीन प्राइस एंड मनी तब कहते क्वांटिटी थ्योरी ऑफ मनी ਨੂੰ क्रिटिसाइज भी किया केन्स ने ठीक है ते पोस्ट केन्सियन इकोनॉमिस्ट ने लाइक क्राउथर्स एंड हाँ कहते इन्होंने बोले है कि ये अनरियलिस्टिक अजम्पशन है ठीक है क्योंकि कहते सिर्फ क्वांटिटी ऑफ मनी के थ्रू चेंज नहीं होता प्राइसिस चेंज होंगे होर भी बहुत सारे रीजनस ने अदर फैक्टर्स भी ने पॉपुलेशंस भी है टेस्ट एंड प्रेफरेंस भी है एंड वेरिएबल्स आर नॉट इंडिपेंडेंट कहते जो M डैश V डैश है कहते वो इंडिपेंडेंट नहीं होंगे और डिपेंडेंट होंगे एक दूसरे से लूप साइडेड इफेक्ट है कहते ठीक है ਤੇ ਸਪਲਾਈ ਨੂੰ ਵੀ ਦੇਖਿਆ ਇਸ ਦੀ ਡਿਮਾਂਡ ਨੂੰ ਨਹੀਂ ਦੇਖਿਆ ਕਹਿੰਦੇ ਪ੍ਰਾਈਸ ਲੈਵਲ ਇਜ਼ ਨਾਟ ਅ ਪੈਸਿਵ ਫੈਕਟਰਸ ਕਹਿੰਦੇ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਨਹੀਂ ਹਮੇਸ਼ਾ ਇਕਨੋਮੀ ਦੇ ਵਿੱਚ ਹੁੰਦੀ ਅੰਡਰ ਇੰਪਲੋਇਮੈਂਟ ਦੀ ਸਿਚੁਏਸ਼ਨਸ ਵੀ ਹੁੰਦੀ ਆ ਕਹਿੰਦੇ ਟ੍ਰੇਡ ਸਾਈਕਲਸ ਵੀ ਹੁੰਦੇ ਨੇ ਜਿਹਦੇ ਥਰੂ ਜਿਹੜੇ ਪ੍ਰਾਈਸਿਸ ਨੇ ਇੰਕਰੀਜ਼ ਡਿਕਰੀਜ਼ ਹੁੰਦੀਆਂ ਨੇ ਉਸ ਤੋਂ ਬਾਅਦ ਇਹਨਾਂ ਨੇ ਰੇਟ ਆਫ ਇੰਟਰਸਟ ਨੂੰ ਇਗਨੋਰ ਕੀਤਾ ਹੈ ਕਿਉਂਕਿ ਰੇਟ ਆਫ ਇੰਟਰਸਟ ਦਾ ਕੁਆਂਟੀਟੀ ਆਫ ਮਨੀ ਦੀ ਸਪਲਾਈ ਤੇ ਡਿਮਾਂਡ ਤੇ ਅਫੈਕਟ ਪੈਂਦਾ ਹੈ ਪ੍ਰਾਈਸ ਤੇ ਵੀ ਅਫੈਕਟ ਪੈਂਦਾ ਹੈ ਅਗਰ ਰੇਟ ਆਫ ਇੰਟਰਸਟ ਘੱਟ ਹੈ ਤਾਂ ਕੁਆਂਟੀਟੀ ਆਫ ਮਨੀ ज्यादा इंक्रीज होगी जिहदे थ्रू प्राइसिस की होंगे ज्यादा इंक्रीज होंगे इस तो बाद डिफिकल्ट टू मेजर ऑफ वॉलेसिटी जी वॉलेसिटी है उन्होंने मेजर करना डिफिकल्ट है थ्योरी ऑफ वैल्यू और थ्योरी ऑफ मनी है जी फेल है फिशर दी इग्नोर द फैक्टर ऑफ नॉन मॉनेटरी फैक्टर्स ने जी उन्होंने इग्नोर किया है ये स्टैटिक थ्योरी है कहते प्राइस इज द रिजल्ट ऑफ इनकम रैदर इन द क्वांटिटी ऑफ मनी कहते अगर प्राइसिस इंक्रीज हो रहा है तो वह मेन रीजन क्या है इनकम का इंक्रीज होना ना कि क्वांटिटी ऑफ मनी का इंक्रीज होना ਇਹ ਸੀਗੀ ਆਪਣੀ ਫਿਸ਼ਰਸ ਦੀ ਜੋ ਫਿਸ਼ਰ ਦੀ ਇਕੁਏਸ਼ਨਸ ਠੀਕ ਹੈ ਜਿਹਦੇ ਥਰੂ ਵੈਲਿਊ ਆਫ ਮਨੀ ਆਪਾਂ ਨੇ ਦੇਖੀ ਹੈ ਐਂਡ ਉਸ ਤੋਂ ਬਾਅਦ ਨੈਕਸਟ ਹੈ ਕੈਸ਼ ਬੈਲੈਂਸ ਐਂਡ ਕੈਂਬਰਿਜ ਇਕੁਏਸ਼ਨਸ ਕਹਿੰਦੇ ਕੈਂਬਰਿਜ ਇਕੁਏਸ਼ਨਸ ਦੇ ਵਿੱਚ ਡਿਫਰੈਂਟ ਜਿਹੜੇ ਇਕਨੋਮਿਸਟ ਨੇ ਉਹਨਾਂ ਨੇ ਕੈਸ਼ ਬੈਲੈਂਸ ਦੀ ਥਿਊਰੀ ਦਿੱਤੀ ਹੈ ਜਿਵੇਂ ਕਿ ਆਪਣਾ ਮਾਰਸ਼ਲ ਹੋ ਗਿਆ ਪੀਗੂ ਹੋ ਗਿਆ ਰੋਬਿਨਸਟਨ ਹੋ ਗਿਆ ਆਪਾਂ ਤਿੰਨਾਂ ਇਹਨਾਂ ਨੂੰ ਪੜਾਂਗੇ ਇਹਦੇ ਵਿੱਚ ਤਾਂ ਸਭ ਤੋਂ ਪਹਿਲਾਂ ਮੈਨ ਇਕਨੋਮਿਸਟ ਆਫ ਕੈਂਬਰਿਜ ਯੂਨੀਵਰਸਿਟੀ ਇੰਗਲੈਂਡ ਲਾਈਕ ਮਾਰਸ਼ਲ ਪੀਗੂ ਐਂਡ ਰੋਬਿਨਸਟਨ ਕਹਿੰਦੇ
ਨੇ ਪ੍ਰਪਾਉਂਡ ਕੀਤੀ ਆ ਕੈਸ਼ ਬੈਲੈਂਸ ਥਿਊਰੀ। ਕਹਿੰਦੇ ਵਾਟ ਇਜ਼ ਕੈਸ਼ ਬੈਲੈਂਸ ਇਕੁਏਸ਼ਨ, ਕਹਿੰਦੇ ਕੀ ਹੁੰਦੀ ਹੈ ਕੈਸ਼ ਬੈਲੈਂਸ ਇਕੁਏਸ਼ਨ ਜੋ ਇਹਨਾਂ ਨੇ ਦਿੱਤੀ ਆ। ਕਹਿੰਦੇ ਇਟ ਇਜ਼ ਹੈਲਡ ਦ ਵੈਲਿਊ ਆਫ ਮਨੀ ਇਜ਼ ਡਿਟਰਮਾਈਨਡ ਬਾਈ ਦ ਡਿਮਾਂਡ ਐਂਡ ਸਪਲਾਈ ਆਫ ਮਨੀ। ਇਹਨਾਂ ਨੇ ਬੋਲਿਆ ਕਿ ਵੈਲਿਊ ਆਫ ਮਨੀ ਜਿਹੜੀ ਡਿਮਾਂਡ ਐਂਡ ਸਪਲਾਈ ਆਫ ਮਨੀ ਉੱਤੇ ਡਿਪੈਂਡ ਕਰਦੀ ਆ। ਕਹਿੰਦੇ ਪਾਰਟਿਕੂਲਰ ਸਪਲਾਈ ਆਫ ਮਨੀ ਰਿਮੇਨਸ ਕਨਸਟੈਂਟ, ਜਦੋਂ ਸਪਲਾਈ ਆਫ ਮਨੀ ਕਨਸਟੈਂਟ ਰਹਿੰਦੀ ਆ। ਕਹਿੰਦੇ ਚੇਂਜ ਇਨ ਮਨੀ ਦੀ ਡਿਮਾਂਡ ਦੇ ਵਿੱਚ ਚੇਂਜ ਹੋਣ ਦੇ ਨਾਲ ਡਾਇਰੈਕਟ ਇੰਪੈਕਟ ਪੈਂਦਾ ਵੈਲਿਊ ਆਫ ਮਨੀ ਤੇ। ਉਹਨਾਂ ਨੇ ਵੀ ਸੇਮ ਬੋਲਿਆ ਕਿ ਜਦੋਂ ਮਨੀ ਦੀ ਡਿਮਾਂਡ ਇਨਕਰੀਜ਼ ਹੋਏਗੀ ਤਾਂ ਉਹਦੇ ਨਾਲ ਕੀ ਆ ਜੋ ਪ੍ਰਾਈਸਿਸ ਹੈ ਉਹ ਤੇ ਅਫੈਕਟ ਪਏਗਾ। ਦ ਥਿਊਰੀ ਦਸ ਲਿਆ greater emphasis on demand for money than its supply of money context the price or value of money। ਤਾਂ ਇਹਨਾਂ ਨੇ ਸਪਲਾਈ ਦੀ ਜਗ੍ਹਾ ਤੇ ਕੀ ਆ ਪ੍ਰਾਈਸ ਡਿਮਾਂਡ ਨੂੰ ਜ਼ਿਆਦਾ ਅਫੈਕਟ ਦੱਸਿਆ ਕਿ ਡਿਮਾਂਡ ਥਿਊਰੀ ਆਫ ਮਨੀ ਬੋਲਿਆ ਕਿ ਡਿਮਾਂਡ ਦੇ ਕਾਰਨ ਜਿਹੜੀਆਂ ਪ੍ਰਾਈਸਿਸ ਨੇ ਉਹ ਜ਼ਿਆਦਾ ਕੀ ਹੋਣਗੀਆਂ ਚੇਂਜ ਹੋਣਗੀਆਂ। ਤਾਂ ਫਰਸਟਲੀ ਇਹਨਾਂ ਨੇ ਬੋਲਿਆ ਸਪਲਾਈ ਆਫ ਮਨੀ ਕਿਸ ਚੀਜ਼ ਤੇ ਡਿਪੈਂਡ ਕਰਦੀ ਆ, ਨੋਟਸ coins ਐਂਡ ਡਿਮਾਂਡ ਡਿਪੋਜ਼ਿਟ ਦੀ ਸਪਲਾਈ ਹੁੰਦੀ ਆ ਐਂਡ ਡਿਮਾਂਡ ਫॉर ਮਨੀ ਇਜ਼ ਅ ਟੋਟਲ ਕੈਸ਼ ਬੈਲੈਂਸ ਜਿਹਨੂੰ ਜਿਹਦੇ ਥਰੂ ਦਿਖਾਇਆ ਇਕੁਅਲ ਹੁੰਦੀ ਆ ਟੋਟਲ ਕੈਸ਼ ਬੈਲੈਂਸ ਦੇ ਡਿਮਾਂਡ ਫॉर ਮਨੀ ਕਿ ਸਾਡੇ ਕੋਲ ਕਿੰਨੀ ਜਿਹੜੀ ਮਨੀ ਹੈ ਕੈਸ਼ ਬੈਲੈਂਸ ਦੇ ਵਿੱਚ ਹੈ। ਕਹਿੰਦੇ ਇਨਕਰੀਜ਼ ਇਨ ਡਿਮਾਂਡ ਫॉर ਮਨੀ ਔਰ ਕੈਸ਼ ਬੈਲੈਂਸ ਵਿਲ ਲੀਡ ਟੂ ਫਾਲ ਇਨ ਪ੍ਰਾਈਸਿਸ। ਕਹਿੰਦੇ ਅਗਰ ਕੈਸ਼ ਬੈਲੈਂਸ ਆਪਾਂ ਆਪਣੇ ਕੋਲ ਜ਼ਿਆਦਾ ਰੱਖਦੇ ਆ ਠੀਕ ਹੈ ਤਾਂ ਕਹਿੰਦੇ ਕਿਉਂਕਿ ਆਪਣੇ ਕੋਲ ਹੱਥ ਦੇ ਵਿੱਚ ਪੈਸਾ ਜ਼ਿਆਦਾ ਤੇ ਕੰਜ਼ੰਪਸ਼ਨ ਘੱਟ ਤਾਂ ਪ੍ਰਾਈਸਿਸ ਕੀ ਨੇ ਡਿਕਰੀਜ਼ ਹੋਣਗੇ। ਅਗਰ ਪੀਪਲ ਵਿਲ ਡਿਜ਼ਾਇਰ ਟੂ ਹੋਲਡ ਲਾਰਜ ਪਾਰਟ ਆਫ देयर ਇਨਕਮ ਇਨ ਦ ਫਾਰਮ ਆਫ ਕੈਸ਼ ਠੀਕ ਹੈ they have less demand for goods and services then ਫਿਰ prices ਕੀ ਹੋਣਗੇ ਡਿਕਰੀਜ਼ ਹੋਣਗੀਆਂ। ਤੇ ਡਿਫਰੈਂਟ ਵੇਰੀਐਂਟਸ ਨੇ ਜਿਹੜੇ ਕੈਸ਼ ਬੈਲੈਂਸ ਇਕੁਏਸ਼ਨਸ ਨੂੰ ਸ਼ੋ ਕਰਦੇ ਨੇ। ਸਭ ਤੋਂ ਪਹਿਲਾਂ ਹੈ ਮਾਰਸ਼ਲ ਇਕੁਏਸ਼ਨਸ ਜੋ ਕਿ ਤੁਸੀਂ ਦੇਖ ਸਕਦੇ ਹੋ ਮਾਰਸ਼ਲ ਇਕੁਏਸ਼ਨਸ ਦੇ ਵਿੱਚ ਲਿਖਿਆ ਹੋਇਆ m is equal to ky। ਤਾਂ m ਕੀ ਹੈ ਦਿਸ ਇਜ਼ ਅ ਸਪਲਾਈ ਆਫ ਮਨੀ और क्वांटिटी ऑफ मनी ਨੂੰ जो है m शो करती है एंड k की या proportionate of income which people's desire to hold as a cash balance। ਤਾਂ m ਕੀ ਹੈ ਦਿਸ ਇਜ਼ ਅ ਸਪਲਾਈ ਆਫ ਮਨੀ ਇਕੁਅਲ ਟੂ k ਬਾਈ k ਕੀ ਹੈ ਜਿਹੜਾ ਪੀਪਲਸ ਆਪਣੇ ਕੋਲ ਕੈਸ਼ ਦੇ ਬੇਸਿਸ ਤੇ ਹੋਲਡ ਰੱਖਦੇ ਨੇ ਜੋ ਕੈਸ਼ ਬੈਲੈਂਸ ਆਪਣੇ ਕੋਲ ਰੱਖਦੇ ਨੇ ਫॉर द ਅਦਰ ਟ੍ਰਾਂਜੈਕਸ਼ਨਸ। ਮੀਨਸ ਕਿਸੇ ਵੀ ਟਾਈਮ ਸੇ ਉਹਨਾਂ ਨੂੰ ਪੈਸੇ ਦੀ ਲੋੜ ਪੈ ਸਕਦੀ ਆ ਕੋਈ ਪ੍ਰੋਬਲਮ ਆ ਸਕਦੀ ਹੈ ਠੀਕ ਹੈ ਜਾਂ ਫਿਰ ਕੋਈ ਚੀਜ਼ ਲੈਣੀ ਹੋ ਸਕਦੀ ਆ ਤਾਂ ਉਸ ਦੇ ਲਈ ਕੀ ਉਹ ਕੈਸ਼ ਨੂੰ ਆਪਣੇ ਕੋਲ ਰੱਖਣਾ ਪਸੰਦ ਕਰਦੇ ਨੇ। ਤਾਂ ਇਹ ਉਹ ਪੋਰਸ਼ਨ ਹੈ ਕੈਸ਼ ਦਾ ਜੋ ਪੀਪਲਸ ਆਪਣੇ ਕੋਲ ਰੱਖਦੇ ਨੇ ਦੈਟ ਇਜ਼ ਅ ਕੇ ਐਂਡ ਵਾਈ ਇਜ਼ ਅ ਮੋਨੇਟਰੀ ਇਨਕਮ ਜੋ ਵੀ ਸਾਡੇ ਕੋਲ ਇਨਕਮ ਹੈ ਤਾਂ ਜਿਹੜੀ ਇਨਕਮ ਹੈ ਉਸ ਤੇ ਜਿਹੜਾ ਕੈਸ਼ ਬੈਲੈਂਸ ਹੈ ਡਿਪੈਂਡ ਕਰਦਾ ਹੈ। ਤਾਂ ਐਮ ਕੀ ਹੈ ਸਪਲਾਈ ਆਫ ਮਨੀ ਆ। ਤਾਂ ਤੁਸੀਂ ਦੇਖ ਸਕਦੇ ਹੋ ਐਮ ਇਜ਼ ਇਕੁਅਲ ਟੂ ਪੀ ਓ ਕੇ ਤਾਂ ਫਿਰ ਕੀ ਹੈ ਪੀ ਇਜ਼ ਇਕੁਅਲ ਟੂ ਤਾਂ ਪ੍ਰਾइस ਕੀ ਆਪਣਾ ਪ੍ਰਾइस इज इक्वल टू m डिवाइड बाय o की। ਤਾਂ ਤੁਸੀਂ ਦੇਖ ਸਕਦੇ ਹੋ ਮੋਨੇਟਰੀ ਇਨਕਮ y इज इक्वल टू ਮਲਟੀਪਲੀਕੇਸ਼ਨਸ ਆਫ ਟੋਟਲ ਪ੍ਰੋਡਕਸ਼ਨਸ ਉਹ ਜੇ ਆਪਾਂ y ਨੂੰ o ਦੇ ਨਾਲ ਮਲਟੀਪਲਾਈ ਕਰਾਂਗੇ ਐਂਡ ਦਾ ਪ੍ਰਾइस ਲੈਵਲ p ਰਹੇਗਾ p ਕੀ ਆ y इज इक्वल टू ਜੋ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਆਊਟਪੁੱਟ ਨੂੰ ਪ੍ਰਾइस ਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਆਪਾਂ ਨੂੰ ਜੋ ਵੀ ਹੈ ਇਨਕਮ ਜਨਰੇਟ ਹੁੰਦੀ ਆ। ਪ੍ਰਾइस ਇਜ਼ p ਇਜ਼ ਦਾ ਪ੍ਰਾइस ਠੀਕ ਹੈ ਐਂਡ o ਇਜ਼ ਦਾ ਆਊਟਪੁੱਟ। ਤਾਂ ਪ੍ਰਾइस ਨੂੰ ਆਪਾਂ ਆਊਟਪੁੱਟ ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੀ ਇਨਕਮ ਜਨਰੇਟ ਹੋ ਜਾਏਗੀ। ਤਾਂ y ਦੀ ਜਗ੍ਹਾ ਤੇ ਤੁਸੀਂ OP ਲਿਖ ਸਕਦੇ ਹੋ। y ਦੀ ਜਗ੍ਹਾ ਤੇ ਤੁਸੀਂ OP ਲਿਖੋਗੇ ਤਾਂ ਫਿਰ ਕੀ ਹੈ अपना p ਉੱਥੇ ਹੀ ਰਹਿ ਜਾਏਗਾ ਤੇ m ਦੇ ਨੀਚੇ ਜੋ OK है वो चला जाएगा। तब प्राइस इज इक्वल टू m डिवाइड बाय OK। ਤਾਂ m की है अपनी जो भी मनी इन सर्कुलेशन है सप्लाई ऑफ मनी है वो है क्वांटिटी ऑफ मनी है एंड O की अपनी आउटपुट है एंड टोटल प्रोडक्शन है ठीक है एंड K इज अ ਕਹਿੰਦੇ ਉਹ ਪੋਰਸ਼ਨ ਇਨਕਮ ਦਾ ਜਿਹੜਾ ਪੀਪਲਸ ਆਪਣੇ ਕੋਲ ਕੈਸ਼ ਦੇ ਰੂਪ ਦੇ ਵਿੱਚ ਰੱਖਦੇ ਨੇ। ਤਾਂ ਪ੍ਰਾਈਸ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ ਪ੍ਰਾਈਸ ਇਜ਼ ਇਕੁਅਲ ਟੂ ਮਨੀ ਇਨ ਸਰਕੂਲੇਸ਼ਨ ਡਿਵਾਈਡ ਬਾय आउटपुट इनटू कैश बैलेंस जो पीपल्स अपने को रखते हैं। दिस इज द इक्वेशन ऑफ मार्शल इक्वेशंस ठीक है। जिमें कि m उन्होंने बोले अगर 100 होवे एंड आउटपुट 500 होवे ते k 1/5 होवे तब अपना प्राइस कितना आएगा 1% आएगा ठीक है 1% प्राइस। दिस इज द मार्शल इक्वेशंस कहते मनी किस चीज़ का पी ओ के एंड एम इज इक्वल टू के वाई मनी के वाई ਤੇ ਡਿਪੈਂਡ ਕਰਦੀ ਹੈ ਕੇ ਜੋ ਪੋਰਸ਼ਨ ਇਨਕਮ ਦਾ ਹੈ ਉਹ ਇਨਕਮ ਤੇ ਵਾਈ ਤੇ ਡਿਪੈਂਡ ਕਰਦਾ ਹੈ ਜੋ ਆਪਾਂ ਆਪਣੇ ਕੋਲ ਕੈਸ਼ ਦੇ ਫਾਰਮ ਦੇ ਵਿੱਚ ਰੱਖਦੇ ਹਾਂ ਤਾਂ ਪ੍ਰਾਈਸ ਇਜ਼ ਇਕੁਅਲ ਟੂ m ਡਿਵਾਈਡ ਬਾਈ o ਕੇ। ਤੇ ਉਸ ਤੋਂ ਬਾਅਦ ਪੀਗੋ ਇਕੁਏਸ਼ਨ ਹੈ ਤਾਂ ਪੀਗੋ ਇਕੁਏਸ਼ਨਸ ਐਕਸਪ੍ਰੈਸ ਕਰਦੀ ਹੈ ਕੈਸ਼ ਬੈਲੈਂਸ ਇਕੁਏਸ਼ਨਸ ਨੂੰ ਸੇਮ। ਉਹਨਾਂ ਨੇ ਬੋਲਿਆ ਕਿ ਪ੍ਰਾਈਸ ਇਜ਼ ਇਕੁਅਲ ਟੂ ਕੇ ਆਰ ਡਿਵਾਈਡ ਬਾਈ m ਹੋਏਗਾ। ਹੁਣ m ਕੀ ਆ ਟੋਟਲ ਕੁਆਂਟੀਟੀ ਆਫ ਮਨੀ ਸੇਮ ਐਂਡ ਉਸ ਤੋਂ ਬਾਅਦ ਆਰ ਕੀ ਆ ਟੋਟਲ ਰੀਅਲ ਇਨਕਮ। ਕਹਿੰਦੇ ਜਿਹੜਾ ਆਪਾਂ ਨੇ ਆਪਣੇ ਕੋਲ ਕੇ ਤੁਹਾਨੂੰ ਪਤਾ ਹੀ ਹੈ ਪੋਰਸ਼ਨ ਆਫ ਰੀਅਲ ਇਨਕਮ ਵਿਚ ਪੀਪਲਸ ਵਿਸ਼ ਟੂ ਹੋਲਡ ਅ ਕੈਸ਼ ਬੈਲੈਂਸ
ਕਹਿੰਦੇ ਕਿ ਜੋ ਪੀਪਲਸ ਆਪਣੇ ਕੋਲ ਕੈਸ਼ ਬੈਲੈਂਸ ਦੇ ਰੂਪ ਦੇ ਵਿੱਚ ਰੱਖਦੇ ਨੇ ਉਹ ਕਿਸ ਤੇ ਡਿਪੈਂਡ ਕਰਦਾ, ਆਰ ਤੇ ਡਿਪੈਂਡ ਕਰਦਾ। ਆਰ ਇਜ਼ ਅ ਰੀਅਲ ਇਨਕਮ, ਅਗਰ ਰੀਅਲ ਇਨਕਮ ਇੰਕਰੀਜ਼ ਹੋਏਗੀ ਤਾਂ ਕੇ ਵੀ ਆਪਣੀ ਕੀ ਹੈ ਇੰਕਰੀਜ਼ ਹੋਏਗੀ। तब किया गया डिवाइड बाय एम, ठीक है। एम इज अ मनी इन सर्कुलेशन, क्वांटिटी ऑफ मनी। तो इस तो अलावा उन्होंने की बोलिया है पी इज अ प्राइस मींस वैल्यू ऑफ मनी कितनी है, ठीक है। तब पी को दी क्वेश्चन ਦੇ ਵਿੱਚ ਉਹਨਾਂ ਨੇ ਬੋਲਿਆ वैल्यू ऑफ मनी इज द रेसिप्रोकल ऑफ जनरल प्राइस लेवल, पीपल डू नॉट होल्ड all their cash in currency and legal tenders money, they keep a portion of their cash balance in the ਬੈਂਕ ਡਿਪੋਜ਼ਿਟਸ। ਕਹਿੰਦੇ ਕਿਉਂਕਿ ਸਾਰੇ ਜਿਹੜੇ ਪੀਪਲਸ ਨੇ ਆਪਣੀ ਇਨਕਮ ਦੇ ਵਿੱਚੋਂ ਜੋ ਵੀ ਉਹਨਾਂ ਦੇ ਕੋਲ ਬਚਦਾ ਹੈ ਕੰਜ਼ੰਪਸ਼ਨ ਤੋਂ ਬਾਅਦ ਕੈਸ਼ ਦੇ ਰੂਪ ਦੇ ਵਿੱਚੋਂ ਰੱਖਦੇ ਨੇ ਕੁਝ ਪਾਰਟਸ ਆਪਣੀ ਇਨਕਮ ਦਾ। ਕਹਿੰਦੇ ਉਹ ਸਾਰਾ ਕੈਸ਼ ਦੇ ਰੂਪ ਦੇ ਵਿੱਚ ਨਹੀਂ ਰੱਖਦੇ, ਉਹ ਕੁਝ ਨਾ ਕੁਝ ਕਹਿੰਦੇ ਬੈਂਕਸ ਦੇ ਵਿੱਚ ਕੀ ਕਰਦੇ ਨੇ ਹੋਲਡ ਕਰਕੇ ਰੱਖਦੇ ਨੇ। ਤਾਂ ਇਹਦੇ ਵਿੱਚ ਕਹਿੰਦੇ ਕੈਸ਼ ਬੈਲੈਂਸ ਜੋ ਪੀਪਲ ਆਪਣੇ ਕੋਲ ਰੱਖਦੇ ਨੇ ਉਹਦੇ ਨਾਲ ਨਾਲ ਜੋ ਬੈਂਕਸ ਦੇ ਕੋਲ ਕੈਸ਼ ਬੈਲੈਂਸ ਰੱਖਿਆ ਜਾਂਦਾ ਉਹ ਵੀ ਕੀ ਹੋਏਗਾ प्लस होएगा। तो इतने किया जो सी है दिस इज अ कैश बैलेंस जो पीपल्स अपने को रखते हैं, ठीक है, एंड होल्ड करके रखते हैं लीगल टेंडर्स मनी, एंड 1 माइनस पी प्रोपोर्शन ऑफ कैश बैलेंस विच पीपल विश टू होल्ड इन द फॉर्म ऑफ बैंक डिपॉजिट्स ਦੇ ਵਿੱਚ ਕਹਿੰਦੇ ਜਿਹੜਾ ਆਪਣਾ ਕੈਸ਼ ਬੈਲੈਂਸ ਦੇ ਵਿੱਚ ਬੈਂਕਸ ਦੇ ਵਿੱਚ ਰੱਖਦੇ ਨੇ 1 ਮਾਈਨਸ ਸੀ ਡੈਟ ਇਜ਼, ਠੀਕ ਹੈ। ਐਂਡ ਐਚ ਇਜ਼ ਦਾ ਕੈਸ਼ ਰਿਜ਼ਰਵ ਰੇਸ਼ੋ, ਜਿਹੜੇ ਬੈਂਕ ਹੁੰਦੇ ਨੇ ਉਹਨਾਂ ਨੂੰ ਜਿਹੜਾ ਆਪਣੇ ਕੋਲ ਰਿਜ਼ਰਵ ਰੱਖਣਾ ਪੈਂਦਾ ਹੈ। ਤਾਂ सी जो कंज्यूमर रखते हैं अपने पर्सनस रखते हैं पीपल्स होल्ड करके रखते हैं कैश, एंड एच जो कैश रिजर्व बैंक्स रखते हैं, एंड 1 माइनस सी जो कैश कहते बैलेंस अपने कोल जेडे बैंक्स ने वो डिपॉजिट करवाते हैं थ्रू द पीपल्स, ठीक है। दैन फिर की हो गया पी इज इक्वल टू के आर डिवाइड बाय एम ब्रैकेट सी प्लस एच 1 माइनस सी ब्रैकेट 1, ठीक है। एम इज इक्वल टू द मनी किस चीज़ के इक्वल है, मनी की क्वांटिटी इज इक्वल टू के आर डिवाइड बाय p ब्रैकेट c plus h 1 minus c, this is a Pigou equation, ठीक है। जिहदे थ्रू ਆਪਾਂ ਜਿਹੜੀ क्वांटिटी ऑफ मनी है एंड प्राइस लैवल है वैल्यू ऑफ मनी है ਆਪਾਂ ਨੂੰ देख सकते हैं। उस तो बाद रॉबिन्सन ਦੀ अप्रोच है, ठीक है। रॉबिन्सन भी कैम्ब्रिज ਦੇ ਵਿੱਚ कैश बैलेंस अप्रोच ਇਹਨਾਂ ਨੇ ਦੱਸੀ ਆ। ਤਾਂ ਪੀਗੂ ਦੀ ਥਿਊਰੀ ਸਾਨੂੰ ਹੋਰ ਕੀ ਦੱਸਦੀ ਹੈ ਕਿ ਜਿਵੇਂ ਜਿਵੇਂ ਆਪਣੀ ਮਨੀ ਦੀ ਸਪਲਾਈ ਇਨਕਰੀਜ਼ ਹੋਏਗੀ ਉਵੇਂ ਜਿਹੜਾ ਪ੍ਰਾਈਸਿਸ ਹੈ ਉਹ ਕੀ ਹੋਏਗਾ ਇਨਕਰੀਜ਼ ਹੋਏਗਾ। ਉਸ ਤੋਂ ਬਾਅਦ ਰੌਬਿਨਸਨ ਇਕੁਏਸ਼ਨਸ ਹੈ ਜਿਹੜੀ ਪੁੱਟਸ ਫਾਰਵਰਡ ਦਾ ਫੋਲੋਇੰਗ ਇਕੁਏਸ਼ਨ, ਜਿਵੇਂ ਕਿ ਤੁਹਾਨੂੰ ਤੁਸੀਂ ਦੇਖ ਸਕਦੇ ਹੋ P is equal to KR divided by M, ठीक है। this is the Pigou and Robinson is equal to M is equal to PKT, ठीक है। M की है, M is a quantity of money, P is a price level, and T is the quantity of goods and services purchased during a period of time, and K that portion of T which people want to keep in cash, ठीक है, जो कैश के फॉर्म ਵਿੱਚ ਰੱਖਣਾ ਚਾਹੁੰਦੇ ਨੇ। ਤਾਂ ਮਨੀ ਕਿਹਦੇ ਇਕੁਅਲ ਚੀਜ਼ ਹੁੰਦੀ ਹੈ ਕੁਆਂਟੀਟੀ ਆਫ ਮਨੀ ਪ੍ਰਾइस इनटू कैश बैलेंस जो कि अपने को रखते हैं एंड ट्रांजैक्शंस, ठीक है, जो भी होंगे ने गुड्स एंड सर्विसेज दिया तब पी प्राइस कटांगे आप वैल्यू ऑफ मनी कटांगे तब पी अपन एक साइड पे रख लिया इज इक्वल टू एम डिवाइड बाय आप केटी की ले जाएंगे एम की एम दे नीचे रह जाएंगे तो एम डिवाइड बाय केटी करांगे तो अपनी जो है प्राइस वो निकल आएगा। दिस इज अ रॉबर्ट्स इक्वेशंस ऑफ क्वांटिटी थ्योरी ऑफ मनी। द रॉबर्ट्स ਜਿਹੜੇ ਇਹ ਆਪਣੀ कैश बैलेंस इक्वेशन है कैम्ब्रिज इक्वेशंस ने ਇਹਨਾਂ ਨੂੰ ਵੀ ਕ੍ਰਿਟਿਸਾਈਜ਼ ਕੀਤਾ ਗਿਆ अनरीयल असम्पशंस दसिया गया कहते इन्होंने स्पैकुलेटिव मोटिव ऑफ डिमांड फॉर मनी है वो इग्नोर किया है क्योंकि स्पैकुलेटिव मोटिव मीन शेयर्स से बॉन्ड्स से भी जो पीपल्स ने खर्च करते हैं सारा पैसा कैश से बैलेंस से ट्रांजैक्शन के लिए नहीं रखना चाहते। सर्कुलर रीजनस नहीं दसिया इन्होंने एंड इनकम्पलीट थ्योरी है कहते हैं कैम्ब्रिज कैश बैलेंस की कहते रेट ऑफ इंटरस्ट इन्होंने टोटली इग्नोर किया है कहते रियल फैक्टर्स इन्होंने इग्नोर किया है तब ये कहते जी अपनी थ्योरी है एक कंप्लीट थ्योरी नहीं है। इस तो बाद कहते जी थ्योरी है अपनी केन्जियन थ्योरी ऑफ डिमांड एंड मनी कहते जो न्यू क्लासिकल इकोनॉमिस्ट ने केन्स कहते हैं उन्होंने जी अपनी डिमांड फॉर मनी की थ्योरी दी है दैट इज अ केन्जियन थ्योरी ऑफ डिमांड फॉर मनी। तो ये थ्योरी को की कहा जाता है लिक्विडिटी प्रैफरेंस थ्योरी ऑफ डिमांड भी कहा जाता है। दिस इज अ दो तरीके आ सकती है केन्जियन थ्योरी ऑफ डिमांड फॉर मनी एंड लिक्विडिटी प्रैफरेंस थ्योरी ऑफ डिमांड। तो सब तो पहले केन्स के बारे देखते हैं तो जरा एनिमेंट्स इकोनॉमिस्ट ऑफ 20th सेंचुरी का लॉर्ड केन्स सीगा उन्हें प्रोपाउंड की सी मॉनेटरी थ्योरी ऑफ इंटरस्ट डिटर्मिनेशन इन हिज बुक द जनरल थ्योरी ऑफ एम्प्लॉयमेंट इंटरस्ट एंड मनी, ठीक है। कहते जिन्हों की कहा जाता लिक्विडिटी प्रैफरेंस थ्योरी कहा जाता। अकॉर्डिंग टू दिस थ्योरी कहते उन्हें की क्या है इंटरस्ट इज द प्राइस ऑफ सर्विसेज ऑफ मनी कहते इंटरस्ट किस चीज़ का प्राइस है सर्विसेज ऑफ मनी का है। इंटरस्ट इज द मॉनेटरी फिनोमेना बिकॉज इट इज डिटरमाइंड बाय द सप्लाई एंड डिमांड फॉर मनी
ਕਹਿੰਦੇ ਇੰਟਰਸਟ ਨੂੰ ਇਹਨਾਂ ਨੇ ਪਹਿਲਾਂ ਜਿਹੜੇ ਆਪਣੇ ਕਲਾਸੀਕਲ ਸੀ ਉਹਨਾਂ ਨੇ ਇਗਨੋਰ ਕੀਤਾ ਸੀ, ਕਿਉਂਕਿ ਇੰਟਰਸਟ ਤੇ ਵੀ ਕੁਆਂਟੀਟੀ ਆਫ ਜਿਹੜੀ ਕੁਆਂਟੀਟੀ ਹੈ ਮਨੀ ਦੀ ਉਹ ਡਿਪੈਂਡ ਕਰਦੀ ਹੈ, ਡਿਮਾਂਡ ਡਿਪੈਂਡ ਕਰਦੀ ਹੈ, ਸਪਲਾਈ ਡਿਪੈਂਡ ਕਰਦੀ ਹੈ, ਕਿਉਂਕਿ ਰੇਟ ਆਫ ਇੰਟਰਸਟ ਜਿੰਨਾ ਜ਼ਿਆਦਾ ਹੋਏਗਾ ਸਪਲਾਈ ਆਫ ਮਨੀ ਉਨੀ ਹੀ ਜ਼ਿਆਦਾ ਹੋਏਗੀ, ਤੇ ਰੇਟ ਆਫ ਇੰਟਰਸਟ ਜਿੰਨਾ ਜ਼ਿਆਦਾ ਹੋਏਗਾ ਡਿਮਾਂਡ ਫॉर ਮਨੀ ਉਨੀ ਹੀ ਕੀ ਹੋਏਗੀ, ਘੱਟ ਹੋਏਗੀ। ਤਦ ਕਹਿੰਦੇ ਜਿਹੜੇ ਬੈਂਕਸ ਦੇ ਵਿੱਚ ਡਿਪੋਜ਼ਿਟਸ ਨੇ ਤੇ ਸਰਕੂਲੇਸ਼ਨ ਚ ਮਨੀ ਹੈ ਕਹਿੰਦੇ ਉਹਨੂੰ ਦੇਖਣਾ ਹੈ, ਤਾਂ ਈਚ ਇੰਡੀਵਿਜੂਅਲ ਤੇ ਫਰਮਸ ਨੀਡ ਕਹਿੰਦੇ ਹਾਰਡ ਕੈਸ਼ ਚਾਹੁੰਦੀਆਂ ਆਪਣਾ ਡੇਲੀ ਟ੍ਰਾਂਜੈਕਸ਼ਨਸ ਦੇ ਲਈ, ਤਾਂ ਇਹਦੇ ਵਿੱਚ ਟ੍ਰਾਂਜੈਕਸ਼ਨਸ ਵੀ ਐਂਟਰ ਹੋਣਗੀਆਂ ਤੇ ਲਿਕੁਇਡਿਟੀ ਕੈਸ਼ ਮਨੀ ਵੀ ਜੋ ਲਿਕੁਇਡਿਟੀ ਫਾਰਮ ਦੇ ਵਿੱਚ ਆਪਣੇ ਕੋਲ ਰੱਖਦੇ ਹੋ ਉਹ ਵੀ ਹੋਏਗੀ, ਕਿਉਂਕਿ ਲਿਕੁਇਡਿਟੀ ਪ੍ਰੈਫਰੈਂਸ ਯੂਰੀ ਆਪਾਂ ਤਾਂ ਕੀ ਕਹਿੰਦੇ ਨੇ, ਲਿਕੁਇਡਿਟੀ ਪ੍ਰੈਫਰੈਂਸ ਇਜ਼ ਦਾ ਪ੍ਰੈਫਰੈਂਸ ਟੂ ਹੈਵ ਐਨ ਇਕੁਅਲ ਅਮਾਉਂਟ ਆਫ ਕੈਸ਼ ਰੈਦਰ ਦੈਨ ਕਲੇਮਸ ਅਗੇਂਸਟ ਅਦਰਸ। ਤਦ ਕਹਿੰਦੇ ਇਹਨਾਂ ਨੇ ਕੀ ਬੋਲਿਆ ਹੈ, ਕੇਨਸ ਨੇ 3 ਮੋਟਿਵਸ ਆਫ ਡਿਮਾਂਡ ਫॉर ਮਨੀ ਦੱਸੇ ਨੇ ਕੇਨਜ਼ੀਅਨ ਅਪਰੋਚ ਦੇ ਵਿੱਚ। ਕੇਨਸ ਕੀ ਕਹਿੰਦਾ ਹੈ, ਕਹਿੰਦੇ ਡਿਮਾਂਡ ਕਹਿੰਦੇ 3 ਰੀਜ਼ਨਸ ਕਰਕੇ ਹੁੰਦੀ ਹੈ, 3 ਮੋਟਿਵਸ ਹੁੰਦੇ ਨੇ ਮਨੀ ਦੀ ਡਿਮਾਂਡ ਦੇ, ਉਹ 3 ਮੋਟਿਵਸ ਕਿਹੜੇ ਹੁੰਦੇ ਨੇ ਆਪਾਂ ਦੇਖਾਂਗੇ। ਤਾਂ ਕੇਨਸ ਨੇ ਆਪਣੀ ਬੁੱਕ ਦਾ ਜਰਨਲ ਥਿਊਰੀ ਆਫ ਇੰਪਲੋਇਮੈਂਟ ਐਂਡ ਇੰਟਰਸਟ ਮਨੀ ਦੇ ਵਿੱਚ ਕੀ ਐਕਸਪਲੇਨ ਕੀਤਾ ਹੈ, ਡਿਮਾਂਡ ਫॉर ਮਨੀ ਇਨ ਦਾ ਲਿਕੁਇਡਿਟੀ ਪ੍ਰੈਫਰੈਂਸ, ਕਹਿੰਦੇ ਮਨੀ ਨੂੰ ਪੀਪਲ ਹੈਲਡ ਕਰਕੇ ਰੱਖਦੇ ਨੇ ਬਿਕੋਜ਼ ਆਫ ਲਿਕੁਇਡਿਟੀ ਪਾਵਰ, ਕਿਉਂਕਿ ਮਨੀ ਦੇ ਵਿੱਚ ਕੀ ਹੁੰਦੀ ਹੈ, ਲਿਕੁਇਡਿਟੀ ਪਾਵਰ ਹੁੰਦੀ ਆ। ਜਦ ਆਪਾਂ ਕੈਸ਼ ਬੈਲੈਂਸ ਦੇ ਵਿੱਚ ਮਨੀ ਨੂੰ ਰੱਖਦੇ ਹਾਂ, ਜਾਂ ਫਿਰ ਆਪਾਂ ਸ਼ੇਅਰਸ ਤੇ ਬੌਂਡਸ ਦੇ ਵਿੱਚ ਕਹਿੰਦੇ ਆਪਾਂ ਸ਼ੇਅਰਸ ਤੇ ਬੌਂਡਸ ਬਾਈ ਕਰ ਲੈਂਦੇ ਹਾਂ, ਜਿਹਦੇ ਵਿੱਚ ਕਹਿੰਦੇ ਲਿਕੁਇਡਿਟੀ ਪ੍ਰੈਫਰੈਂਸ ਹੁੰਦੀ ਆ, ਆਪਾਂ ਇਹਨੂੰ ਈਜ਼ੀਲੀ ਮਨੀ ਦੇ ਵਿੱਚ ਟ੍ਰਾਂਸਫਰ ਕਰਵਾ ਸਕਦੇ ਹਾਂ ਤੇ ਆਪਣੀਆਂ ਨੀਡਸ ਨੂੰ ਪੂਰਾ ਕਰ ਸਕਦੇ ਹਾਂ। ਕਹਿੰਦੇ ਮਨੀ ਕੈਨ ਬੀ ਫਸਟ ਯੂਜ਼ ਟੂ ਬਾਈ ਐਨੀਥਿੰਗ, ਇੱਕ ਤਾਂ ਕਹਿੰਦੇ ਮਨੀ ਦੇ ਥਰੂ ਆਪਾਂ ਕਿਸੇ ਵੀ ਚੀਜ਼ ਨੂੰ ਬਾਈ ਕਰ ਸਕਦੇ ਹਾਂ, ਚਾਹੇ ਉਹ ਐਸਿਡਸ ਨੇ ਚਾਹੇ ਉਹ ਗੁੱਡ ਆ, ਕਹਿੰਦੇ ਤੇ ਫਿਰ ਉਸ ਐਸਿਡਸ ਨੂੰ ਆਪਾਂ ਈਜ਼ੀਲੀ ਕਨਵਰਟ ਕਰ ਸਕਦੇ ਹਾਂ ਇਨ ਦਾ ਕੈਸ਼ ਫॉर ਬਾਈ ਗੁੱਡਸ ਐਂਡ ਸਰਵਿਸਿਜ਼। ਕਹਿੰਦੇ ਅਕੋਰਡਿੰਗਲੀ ਐਨ ਇੰਡੀਵਿਜੂਅਲ ਡਿਮਾਂਡ ਫॉर ਮਨੀ terms as liquidity preference, demand for money or liquidity preference means desire of the peoples to hold cash or checkable deposit, ज्यादा cash holds ਦੇ ਵਿੱਚ ਜਾਂ assets ਦੇ ਵਿੱਚ ਪੈਸੇ ਇਨਵੈਸਟ ਕਰਕੇ। ਕਹਿੰਦੇ Keynes ਦੇ according there are 3 main motives for money or liquidity preference, ਜੋ ਕਿ ਤੁਸੀਂ ਦੇਖ ਸਕਦੇ ਹੋ ਕਿ 3 main motives ਦੇ ਕਰਕੇ demand for money ਹੁੰਦੀ ਹੈ। first is the transaction demand for money, and second is a precautionary demand for money, and third is a ਸਪੈਕੂਲੇਟਿਵ ਡਿਮਾਂਡ ਫॉर ਮਨੀ। 1 ਬਾਈ 1 ਆਪਾਂ ਇਹਨਾਂ ਨੂੰ ਕੀ ਕਰਦੇ ਆ, ਰੀਡ ਕਰਦੇ ਆ। ਸਭ ਤੋਂ ਪਹਿਲਾਂ ਟ੍ਰਾਂਜੈਕਸ਼ਨ ਡਿਮਾਂਡ ਫॉर ਮਨੀ। ਟ੍ਰਾਂਜੈਕਸ਼ਨ ਡਿਮਾਂਡ ਫॉर ਮਨੀ ਦਾ ਮੇਨ ਰੀਜ਼ਨ ਕੀ ਹੈ, ਕਹਿੰਦੇ ਪੀਪਲਸ ਨੀਡ ਮਨੀ ਟੂ ਹੈਂਡ देयर ਡੇਲੀ ਟ੍ਰਾਂਜੈਕਸ਼ਨ। ਕਹਿੰਦੇ ਪੀਪਲਸ ਨੇ ਆਪਣੇ ਕੋਲ ਪੈਸਾ ਦੀ ਡਿਮਾਂਡ ਕਰਨੀ ਹੁੰਦੀ ਹੈ, ਪੈਸਾ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਫॉर ਦਾ ਟ੍ਰਾਂਜੈਕਸ਼ਨਸ। ਕਹਿੰਦੇ ਕਿਸ ਚੀਜ਼ ਦੀ ਟ੍ਰਾਂਜੈਕਸ਼ਨ ਕਰਨੀਆਂ, ਡੇਲੀ ਟ੍ਰਾਂਜੈਕਸ਼ਨਸ ਕਰਨੀਆਂ ਨੇ ਹਰ ਇੱਕ ਪੀਪਲਸ ਨੇ, ਚਾਹੇ ਉਹ ਕਹਿੰਦੇ ਇੰਡੀਵਿਜੂਅਲਸ ਨੇ, ਚਾਹੇ ਹਾਊਸ ਹੋਲਡ ਨੇ, ਚਾਹੇ ਉਹ ਫਰਮਸ ਨੇ, ਕਿਉਂਕਿ ਉਹਨਾਂ ਨੂੰ ਡੇਲੀ ਨੀਡਸ ਪੈਂਦੀ ਆ, ਕੰਜ਼ੰਪਸ਼ਨ ਕਰਨੀ ਹੁੰਦੀ ਹੈ ਕੰਜ਼ਿਊਮਰਸ ਨੇ, ਤੇ ਪ੍ਰੋਡਿਊਸਰਸ ਨੇ ਕਿਨੇ ਜੋ ਪੇਮੈਂਟਸ ਨੇ ਕਰਨੀ ਹੁੰਦੀ ਹੈ, ਰॉ ਮਟੀਰੀਅਲ ਬਾਈ ਕਰਨਾ ਹੁੰਦਾ, ਠੀਕ ਹੈ, ਫਰਮਸ ਨੇ। ਤਾਂ ਕਹਿੰਦੇ ਕੈਸ਼ ਉਹਨਾਂ ਨੂੰ ਆਪਣੇ ਕੋਲ ਇਨਕਮ ਕੈਸ਼ ਰੱਖਣਾ ਪੈਂਦਾ ਹੈ, ਜਿਹਦੇ ਥਰੂ ਈਜ਼ੀ ਉਹ ਗੁੱਡਸ ਐਂਡ ਸਰਵਿਸਿਜ਼ ਨੂੰ ਬਾਏ ਕਰ ਸਕਦੇ ਨੇ। ਕਹਿੰਦੇ ਜਿਹੜੀ ਇਹ ਕੈਸ਼ ਕੈਪੀਟਲ ਕਹਿੰਦੇ ਉਹ 3 ਫੈਕਟਰਸ ਤੇ ਡਿਪੈਂਡ ਕਰਦਾ ਹੈ, ਕੈਸ਼ ਕੀ ਉਹਨਾਂ ਨੇ ਆਪਣੇ ਕੋਲ ਕਿੰਨਾ ਰੱਖਣਾ ਫॉर ਦਾ ਟ੍ਰਾਂਜੈਕਸ਼ਨ ਮੋਟਿਵ ਦੇ ਲਈ, ਪੈਸਾ ਕਿੰਨਾ ਰੱਖਣਾ ਹੈ। ਫਸਟ ਇਜ਼ ਸਾਈਜ਼ ਆਫ ਇਨਕਮ, ਇਨਕਮ ਦੇ ਸਾਈਜ਼ ਤੇ ਡਿਪੈਂਡ ਕਰਦਾ ਹੈ, ਅਗਰ ਇਨਕਮ ਜ਼ਿਆਦਾ ਹੋਏਗੀ ਤਾਂ ट्रांजैक्शन मोटिव के लिए लोग पैसा अपने को ज्यादा रखेंगे, अगर इनकम घट होएगी तो ट्रांजैक्शन मोटिव के लिए पैसा अपने को घट रखेंगे। फॉर एग्जांपल अगर मेरी 10,000 सैलरी है घट है, तब मैं ट्रांजैक्शन जी कैश के रूप में अपने को पैसा घट रखूंगी, खर्च घट करूंगी। अगर 20 इंक्रीज हो जाती है, मेरी इनकम इंक्रीज हो जाती है, तो ट्रांजैक्शन मोटिव के लिए डिमांड अपने पैसा ज्यादा रखूंगी, मनी की डिमांड ज्यादा करूंगी, क्योंकि मेरिया लोड़ा मेरिया ਜਿਹੜੀਆਂ रिक्वायरमेंट्स ठीक है इंक्रीज हो जाते हैं, मेरी डिमांड इंक्रीज हो जाती है। सैकंड इज पीरियोडिकली इनकम रिसीव्स, तो इस चीज़ से डिपेंड करता है कि कितने टाइम बाद मैंने इनकम जनरेट हो रही है। अगर तो मैंने 1 ईयर बाद इनकम जनरेट हो रही है, तो पूरे ईयर्स की इनकम मैं की करूँगी, जो 1 ईयर बाद मिलती है और सेव करके रखूँगी कुछ ना कुछ, क्योंकि पूरे ईयर्स मैं स्पेंड करना है, क्योंकि डे टू डे मेरी जी है एक्सपेंडिचर होता रहता है। अगर कहते मंथली या डेली रिसीव हो रही है, तब मैं पैसा कैश के फॉर्म के थोड़ा जहा घट रखूँगी। मोड ऑफ एक्सपेंडिचर, तो एक्सपेंडिचर पर डिपेंड करता है, अगर मेरा एक्सपेंडिचर ज़्यादा है तब की है कैश के ज़्यादा रखूँगी, अगर एक्सपेंडिचर घट है तब घट रखूँगी। अगर मैं कंजम्पशन ज़्यादा कर ली तो मेरे पैसा मेरे को कैश के लिए घट बचता है, जो एक्सपेंडिचर घट करती है तो पैसा मेरे को कैश के लिए बच सकता। तब कहते बोलते हैं लिक्विडिटी डिमांड फॉर मनी फॉर ट्रांजैक्शन मोटिव मीनस LT इज इक्वल टू फंक्शन ऑफ वाई। LT ਦੇ ਨਾਲ ਜਿਹੜੀ ट्रांजैक्शन मोटिव फॉर डिमांड है वो डिनोट की जाती है, एक किस चीज़ का फंक्शन है, इनकम का फंक्शन है, वाई का फंक्शन है, तब आप बोल सकते हैं LT इज इक्वल टू फंक्शन ऑफ वाई। इनकम पे डिपेंड करती है ट्रांजैक्शन मोटिव के लिए डिमांड, इन्होंने पॉजिटिव रिलेशनशिप है, अगर इनकम बढ़ेगी तो डिमांड बढ़ेगी, इनकम घटेगी तो डिमांड घटेगी।
कहते वेरिएशन इन द मार्केट रेट ऑफ इंटरेस्ट हैज नो इंपैक्ट फॉर द ट्रांजैक्शन डिमांड फॉर मनी। कहते जो रेट ऑफ इंटरेस्ट है केन्स कहते हैं कि ਉਹਦਾ रेट ऑफ इंटरेस्ट का ट्रांजैक्शंस मोटिव फॉर डिमांड ਤੇ ਕੋਈ ਵੀ ਇਫੈਕਟ ਨਹੀਂ ਪਏਗਾ। मतलब मेरिया जो रिक्वायरमेंट्स ने जो मैंने कैश चाहिए है वो चाहिए ही चाहिए है। मैं अपनी बेसिक नीड्स पूरी करनिया ही करनिया ने डेली नीड्स पूरी करनिया ही करनिया ने चाहे रेट ऑफ इंटरेस्ट ज़्यादा हो चाहे घट हो। तो ट्रांजैक्शन डिमांड फॉर मनी दे ते कोई भी रेट ऑफ इंटरेस्ट का इफैक्ट नहीं पेगा। रेट ऑफ इंटरेस्ट चाहे बढ़े चाहे घटे ट्रांजैक्शन मोटिव के लिए जो डिमांड अपनी की रहेगी कॉन्स्टेंट ही रहेगी। तो तुम इस डायग्राम के देख सकते हो एक साइड सानू की दिखाया है ट्रांजैक्शन डिमांड फॉर मनी एंड रिलेशनशिप बिटवीन द इनकम पॉजिटिव रिलेशनशिप, दूसरा ट्रांजैक्शन डिमांड फॉर मनी एंड रेट ऑफ इंटरेस्ट होते किस इंपैक्ट पै रहा है। तो लैफ्ट डायग्राम के तुम देख सकते हो ट्रांजैक्शन मोटिव डिमांड फॉर मनी ओ एक्स से दिखाई हुई है ਤੇ ਉਹ ਵਾਈ ਤੇ ਲੈਵਲ ਆਫ ਇਨਕਮ ਦਿਖਾਇਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਿਵੇਂ ਜਿਵੇਂ ਸਾਡੀ ਇਨਕਮ ਵੱਧਦੀ ਆ ਤਾਂ ਟ੍ਰਾਂਜੈਕਸ਼ਨ ਡਿਮਾਂਡ ਫॉर ਮਨੀ ਆਪਣੀਆਂ ਰਿਕੁਆਇਰਮੈਂਟਸ ਆਪਾਂ ਵਧਾ ਲੈਂਦੇ ਆ, ਆਪਣੀ ਡਿਮਾਂਡ ਗੁੱਡਸ ਐਂਡ ਸਰਵਿਸਿਜ਼ ਦੀ ਆਪਾਂ ਇਨਕਰੀਜ਼ ਕਰ ਲੈਂਦੇ ਆ। ਤਾਂ देयर इज अ ਪੋਜ਼ਿਟਿਵ ਰਿਲੇਸ਼ਨਸ਼ਿਪ, ਕੈਸ਼ ਦੇ ਰੂਪ ਦੇ ਵਿੱਚ ਆਪਾਂ ਟ੍ਰਾਂਜੈਕਸ਼ਨ ਮੋਟਿਵ ਦੇ ਲਈ ਪੈਸਾ ਜ਼ਿਆਦਾ ਰੱਖਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਐਲਟੀ ਹੈ ट्रांजैक्शन डिमांड फॉर मनी है वो की है 45 डिग्री तो अब इंक्रीज हो रही है। किस चीज़ से डिपेंड करती है एल टी इज इक्वल टू फंक्शन ऑफ वाई। तो इतने तुम देख सकते हो जो अपनी इनकम कितनी सी वो एल टी सी लैवल ऑफ इनकम ओ वाई सीगा तो ट्रांजैक्शन मोटिव के लिए डिमांड कितनी सी एल टी सी। जो तो अपनी इनकम इंक्रीज होकर ओ वाई तो ओ वन हो जाती है तो अपनी ट्रांजैक्शन मोटिव के लिए डिमांड भी इंक्रीज होकर ओ एल टी तो ओ एल टी वन हो जाती है। तो इस तो पता लग जाता है कि जिम्मे साड़ी अपनी इनकम वधी वाई तो वाई वन उमें ही साड़ी ट्रांजैक्शन मोटिव के लिए डिमांड भी इंक्रीज होकर एल टी तो एल टी वन। तो दूसरी तरफ रेट ऑफ इंटरेस्ट का केस के थ्रू जी अपनी ट्रांजैक्शन डिमांड फॉर मनी है उत्ते कोई भी इफैक्ट नहीं पैंता है, जो कि तुम बी डायग्राम के देख सकते हो। ओ एक्स अक्ष से ट्रांजैक्शन डिमांड फॉर मनी लिखी हुई है, ओ वाई से रेट ऑफ इंटरेस्ट लिखा हुआ है। चाहे कहते रेट ऑफ इंटरेस्ट की है तुम इस डायग्राम के देख सकते हो ट्रांजैक्शन डिमांड फॉर मनी की है वाई एक्सिस से पैरेलल है मीनस कॉन्स्टेंट है। डिमांड फॉर मनी की है एल टी ही है, चाहे रेट ऑफ इंटरेस्ट घट आर वन है उदों भी डिमांड एल टी है। जो रेट ऑफ इंटरेस्ट इंक्रीज हो गया है आर वन हो गया है उदों भी जी ट्रांजैक्शन डिमांड फॉर मनी है कितनी है एल टी ही है। मतलब रेट ऑफ इंटरेस्ट से इंक्रीज डिक्रीज होता ट्रांजैक्शन मोटिव के लिए जो डिमांड है मनी की उसे कोई भी इफैक्ट नहीं पै रहा। दिस इज द ट्रांजैक्शन डिमांड फॉर मनी। कहते फर्स्ट मोटिव ट्रांजैक्शन के लिए आप डिमांड करते हैं मनी जो इनकम से डिपेंड करती है। सैकेंड है साडा फॉर द प्रिकॉशनरी मोटिव। कहते सैकेंड की है प्रिकॉशनरी मोटिव। कहते डिजायर ऑफ द पब्लिक इंडिविजुअल एंड फर्म्स जिहड़े पब्लिक ते अपने इंडिविजुअल्स ते फर्म्स हुंदियां ने पब्लिक हुंदी आ टू होल्ड मनी द एनकाउंटर सर्टेन एमरजेंट सिचुएशंस इन द फ्यूचर सिकनेस अनएम्प्लॉयमेंट एक्सीडेंट लॉस नॉन एज द प्रिकॉशनरी डिमांड फॉर मनी। कहते अपने कोल पैसे नूं होल्ड करके रखना, ठीक है, किस चीज़ के लिए तां जो सानू जिहड़ियां भी एमरजेंसी दे विच पैसे की लोड़ पैगी तो अपनी वो रिक्वायरमेंट्स पूरा कर सकन। जिवें कि सानू अनएम्प्लॉयमेंट है, सिकनेस है, असीं बीमार हो गए, कोई एक्सीडेंट हो गया, ठीक है, कोई लॉस हो गया। कहते द अमाउंट ऑफ कैश हैड फॉर द प्रिकॉशनरी मोटिव। आप अपने को की रखते हैं, आप अपनी नॉर्मल लाइफ के भी अपनी इनकम के विचों कुछ ना कुछ पार्ट की करके रखते हैं प्रिकॉशनरी मोटिव के लिए अपनी सिक्योरिटी के लिए सेव करके रखते हैं कैश के रूप में रखते हैं ਤਾਂ जो मैंने पैसे की लोड़ पवे तो मैं इसको यूज़ कर सकूँ। तो ये जो प्रिकॉशनरी मोटिव के लिए पैसा है ये भी किस चीज़ से डिपेंड करता है अपनी इनकम से डिपेंड करता है। कहते डिमांड फॉर जी है प्रिकॉशनरी मोटिव किस चीज़ से डिपेंड करती है इज द फंक्शन ऑफ इनकम। कहते इनकम से डिपेंड करती है, अगर इनकम ज़्यादा होएगी तो प्रिकॉशनरी डिमांड की है ज़्यादा होएगी, अगर इनकम घट होएगी तो डिमांड फॉर प्रिकॉशनरी मोटिव की होएगी घट होएगी, क्योंकि आपने फ्यूचर के लिए सेव करके रखना है पैसा, ठीक है। तद कहते तुम इस डायग्राम के देख सकते हो ट्रांजैक्शंस एंड प्रिकॉशनरी मोटिव फॉर मनी। तो जी अपनी प्रिकॉशनरी मोटिव के लिए डिमांड हो भी फिर की होएगी सेम जो ए वाली है अपना पॉजिटिव रिलेशन होएगा। तो ट्रांजैक्शन की जगह तुम प्रिकॉशनरी डिमांड फॉर मनी ले सकते हो इनकम के नाल पॉजिटिव। अगर इनकम बढ़ेगी तो प्रिकॉशनरी डिमांड फॉर मनी की इंक्रीज होएगी, इनकम घटेगी तो प्रिकॉशनरी डिमांड फॉर मनी डिक्रीज होगी। एंड दूसरी तरफ रेट ऑफ इंटरेस्ट का प्रिकॉशनरी डिमांड ऑफ मनी से कोई भी इफैक्ट नहीं पैंदा है, चाहे रेट ऑफ इंटरेस्ट बढ़े चाहे घटे आपने पैसा सेव करना ही करना है। तो ट्रांजैक्शन ते प्रिकॉशनरी मोटिव के लिए जी डिमांड हो गया सेव है। तो दोनों के लिए दोनों मोटिव्स के लिए जी डिमांड है अपनी डिमांड फॉर प्रिकॉशनरी ते
ਆਪਣੀ ਟ੍ਰਾਂਜੈਕਸ਼ਨ ਮੋਟਿਵ ਦੇ ਲਈ ਜਦੋਂ ਆਪਾਂ ਦੋਨਾਂ ਦਾ ਪਲੱਸ ਕਰਾਂਗੇ ਤਾਂ ਟ੍ਰਾਂਜੈਕਸ਼ਨਸ ਐਂਡ ਪ੍ਰੀਕਿਊਸ਼ਨਰੀ ਡਿਮਾਂਡ ਫॉर ਮਨੀ ਸਾਨੂੰ ਕੈਲਕੂਲੇਟ ਹੋ ਜਾਏਗੀ। ਤਾਂ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਨਾਂ ਦਾ ਆਪਾਂ ਨੇ ਪਲੱਸ ਕੀਤਾ ਹੈ। MT ਮਾਰਕੀਟ ਡਿਮਾਂਡ ਫॉर ਮਨੀ, ਠੀਕ ਹੈ, इज इक्वल टू LT ट्रांजैक्शन डिमांड फॉर मनी प्लस प्रिक्यूशनरी डिमांड फॉर मनी, ठीक है। तब किया जो अपनी प्लस करके इन्हों का इसके थ्रू रेट ऑफ इंटरेस्ट का रिलेशनशिप दिखाया है ट्रांजैक्शन के प्रिक्यूशनरी डिमांड फॉर मनी का। MT अपनी है जो दैट इज द प्रिक्यूशनरी मोटिव एंड ट्रांजैक्शन मोटिव के लिए डिमांड फॉर मनी है। MT के नाल नोट किया इन्होंने जिते रेट ऑफ इंटरेस्ट का कोई भी इफेक्ट नहीं पै रहा, चाहे रेट ऑफ इंटरेस्ट R1 है चाहे R है, तो प्रिक्यूशनरी ते अपना ट्रांजैक्शन मोटिव के लिए डिमांड अपनी OA ही रहेगी, चाहे रेट ऑफ इंटरेस्ट OR चाहे OR तो बढ़ के R1 हो गया। तो MT इज इक्वल टू LT प्लस LP। तो थर्ड की है दिस इज अ लिक्विडिटी ट्रैप। थर्ड कहते ਆਪਾਂ ਜਿਹੜੀ ਹੈ डिमांड कहते क्यों करते हैं अकॉर्डिंग टू केस फॉर द स्पैकुलेटिव मोटिव और ऐसी डिमांड फॉर मनी। आप स्पैकुलेटिव मोटिव के लिए भी जी अपनी मनी है वो की आ डिमांड करते हैं। स्पैकुलेटिव डिमांड फॉर मनी रेफर्स टू डिमांड फॉर कैश बैलेंस फॉर द पर्पस ऑफ इन्वेस्टमेंट इन द मनी मार्केट। जो कहते आप मनी मार्केट से आप की करते हैं, मनी मार्केट के पैसा इन्वेस्ट करते हैं, की करते हैं परचेज करते हैं बॉन्ड्स की, शेयर्स की, फाइनेंशियल एड्स की, डिवेंचर्स की, ठीक है। The classical views की ने that that money is demanded for the transactions or maybe for the precautionary purpose. Keynes advocated that if people have extra cash balance after meeting the transactions and precautionary, classicals ਤਾਂ ਕਹਿੰਦੇ ਸੀ ਕਿ precautionary and transaction motive ਦੇ ਲਈ ਆਪਾਂ demand for money ਕਰਾਂਗੇ। ਲੇਕਿਨ ਕੇਨਸ ਕੀ ਕਹਿੰਦੇ ਨੇ ਕਿ ਅਗਰ ਇਸ ਤੋਂ ਇਲਾਵਾ ਵੀ ਆਪਣੇ ਕੋਲ ਮਨੀ ਬਚਦੀ ਆ ਤਾਂ ਮਨੀ ਬਚਦੀ ਹੈ ਤਾਂ ਆਪਾਂ ਨੂੰ ਕਿੱਥੇ ਇਨਵੈਸਟ ਕਰਦੇ ਆ, ਐਸਿਡਸ ਦੇ ਵਿੱਚ ਇਨਵੈਸਟ ਕਰਦੇ ਆ। ਐਸਿਡ ਡਿਮਾਂਡ ਫॉर ਮਨੀ ਕਰਦੇ ਆ, ਸਪੈਕੂਲੇਟਿਵ ਮੋਟਿਵ ਦੇ ਲਈ ਡਿਮਾਂਡ ਕਰਦੇ ਆ। ਤਾਂ स्पैकुलेटिव डिमांड फॉर मनी इज द फंक्शन ऑफ रेट ऑफ इंटरेस्ट से डिपेंड करता है। जी स्पैकुलेटिव डिमांड फॉर मनी वो किस चीज़ से डिपेंड करती है, रेट ऑफ इंटरेस्ट से डिपेंड करती है। रेट ऑफ इंटरेस्ट तो पता ही है जो आप पैसा लोन से लेते हैं जो आप डिमांड करते हैं पैसे की तो सूँ कुछ एक्सट्रा पेमेंट्स करनी पैंती ने, डैट इज द रेट ऑफ इंटरेस्ट, ठीक है, जो आप ब्याज बोल रहे हैं। कहते अगर इकोनॉमी के रेट ऑफ इंटरेस्ट घट हो तो जी स्पैकुलेटिव मोटिव डिमांड फॉर मनी वो की होंगी है ज़्यादा होती है। लोग कहते ना तो बैंक से सेव करते हैं ना अपने को पैसा कैश के रखना पसंद करते हैं, वो एसिड्स से इन्वेस्ट कर देते हैं, ठीक है। क्योंकि अगर सेव करेंगे वो बैंक से तो रेट ऑफ इंटरेस्ट घट है, उन्होंने कोई बेनीफिट नहीं होएगा। तो जो पैसे को की करते हैं एसिड्स के लगाते हैं तो मार्केट्स के डिवेंचर बॉन्ड्स के शेयर्स को बाय करते हैं। जो उन्होंने प्राइसिस मार्केट के इंक्रीज हो जाए तो उन्होंने सेल कर देते हैं। अगर कहते रेट ऑफ इंटरेस्ट ज़्यादा हो तो स्पैकुलेटिव मोटिव के लिए डिमांड फॉर मनी की हो जाती है, घट जाती है। तो वो स्पैकुलेटिव मोटिव के लिए डिमांड फॉर मनी नहीं करते तो वो स्पैकुलेटिव मोटिव तो हटा के पैसे को एसिड्स के ना लगा के बैंक से भी सेव करते हैं, जिसके थ्रू बैंक से उन्होंने की मिलता ज़्यादा रेट ऑफ इंटरेस्ट मिलता है। क्योंकि मेन एम की होंगे प्रॉफिट मैक्सीमाइजेशन होंगे, तो प्रॉफिट गेन करना होंगे, जितों प्रॉफिट ज़्यादा गेन होएगा उत्थे ही लोग अपना पैसा इन्वेस्ट करेंगे। अगर रेट ऑफ इंटरेस्ट घट तो पैसा स्पैकुलेटिव मोटिव के लिए ज़्यादा खर्च, ठीक है। स्पैकुलेटिव डिमांड फॉर मनी मीनस एसिड्स की डिमांड ज़्यादा, अगर रेट ऑफ इंटरेस्ट ज़्यादा तो स्पैकुलेटिव मोटिव के लिए डिमांड घट। According to Keynes, speculative motive is the motive of earning profit from the borrowing better than the market, but the futures will be profit। कि किस तरह फ्यूचर के विच आपां अपने एसेट्स नू सेल करके जिहड़ी अपनी है प्रॉफिट गेन कर सकते हैं। तब बोल सकते हैं एल एस इज अ स्पैकुलेटिव डिमांड फॉर मनी, किस चीज़ का फंक्शन है, रेट ऑफ इंटरेस्ट का फंक्शन है। द इनवर्स रिलेशनशिप बिटवीन द रेट ऑफ इंटरेस्ट एंड स्पैकुलेटिव डिमांड फॉर मनी एंड द कंसेप्ट ऑफ लिक्विडिटी ट्रैप। कहते जी अपना रेट ऑफ इंटरेस्ट है तो स्पैकुलेटिव डिमांड फॉर मनी है, इन्हों का की रिलेशन है, इनवर्स रिलेशनशिप है। क्योंकि रेट ऑफ इंटरेस्ट बढ़न से स्पैकुलेटिव डिमांड फॉर मनी घटेगी तो रेट ऑफ इंटरेस्ट घटन से स्पैकुलेटिव डिमांड फॉर मनी बढ़ेगी। लेकिन एक पर्टिकुलर टाइम पीरियड तो बाद अगर रेट ऑफ इंटरेस्ट बहुत ज़्यादा डिक्रीज हो जाता है तो स्पैकुलेटिव डिमांड फॉर मनी है जी वो उत्थे कांस्टेंट हो जाएगी, ठीक है, एक्स एक्सिस के पैरेलल हो जाएगी एक पॉइंट तो बाद। दैट इज अ लिक्विडिटी ट्रैप। अपने कोल आपां फिर पैसा कैश के रूप में रखना पसंद करांगे तो उन्होंने एसिड्स से नहीं लगावांगे। तो इस डायग्राम के देख सकते हो दिस इज अ लिक्विडिटी ट्रैप बियॉन्ड पॉइंट ऑफ क्यू तो बाद लिक्विडिटी ट्रैप हो गया, कांस्टेंट हो गया अपना स्पैकुलेटिव मोटिव फॉर डिमांड फॉर मनी, ठीक है। तो शोज the liquidity trap है beyond point of view shows situation of absolute liquidity preference
when all speculative balances are held as a cash and not a rupee or dollar or converted the insert bearing instruments like bonds। ਕਹਿੰਦੇ ਅਗਰ ਇੱਕ ਪੁਆਇੰਟ ਤੋਂ ਬਾਅਦ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਡਾਊਨ ਹੋ ਜਾਂਦਾ ਤਾਂ ਆਪਾਂ ਸਪੈਕੂਲੇਟਿਵ ਮੋਟਿਵ ਦੇ ਲਈ ਡਿਮਾਂਡ ਫॉर ਮਨੀ ਨਹੀਂ ਕਰਾਂਗੇ, ਤਾਂ ਕੈਸ਼ ਦੀ ਬੈਲੈਂਸ ਦੇ ਵਿੱਚ ਆਪਾਂ ਰੱਖਣਾ ਪਸੰਦ ਕਰਾਂਗੇ, ਆਪਣੇ ਡਾਲਰ ਜਾਂ ਰੁਪੀਸ ਨੂੰ ਨਹੀਂ ਕਨਵਰਟ ਕਰਾਂਗੇ ਬੌਂਡਸ ਤੇ ਸ਼ੇਅਰਸ ਦੇ ਫਾਰਮ ਦੇ ਵਿੱਚ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, OX अक्ष ਤੇ स्पेकुलेटिव डिमांड फॉर मनी दिखाई हुई है एंड OY ਤੇ रेट ऑफ इंटरेस्ट दिखाया है। अगर कहते रेट ऑफ इंटरेस्ट R डैश है ऊपर है, बहुत ज्यादा रेट ऑफ इंटरेस्ट है, तो स्पेकुलेटिव डिमांड फॉर मनी नहीं हैगी, सारा पैसा ਆਪਾਂ ਬੈਂਕ ਦੇ ਵਿੱਚ ਸੇਵ ਕਰਦੇ ਹਾਂ। अगर रेट ऑफ इंटरेस्ट ਜਿਵੇਂ ਜਿਵੇਂ ਘਟਦਾ ਜਾਂਦਾ ਹੈ ਨੀਚੇ ਨੂੰ ਅਗਰ ਤੁਸੀਂ ਆਓਗੇ ਤਾਂ ਕਹਿੰਦੇ ਜਿਹੜੀ स्पेकुलेटिव डिमांड फॉर मनी ਉਹ ਕੀ ਹੈ इंक्रीज ਹੁੰਦੀ ਜਾਏਗੀ, क्योंकि जी स्पेकुलेटिव डिमांड फॉर मनी है वो स्पेकुलेटिव मोटिव के लिए डिमांड है जी मनी की वो लैफ्ट राइट नैगेटिव आ। लेकिन जो आर स्टार अपना रेट ऑफ इंटरेस्ट हो जाता है उत्थे कहते जो अपना लिक्विडिटी ट्रैप है जी LS है स्पेकुलेटिव डिमांड फॉर मनी वो एक्स एक्सिस के पैरेलल हो जाती है। अगर कहते रेट ऑफ इंटरेस्ट होर नहीं घटेगा अगर घट भी रहा है तो कहते कैश की बैलेंस के अपना पैसा रखना अपने को पसंद करेंगे। ठीक है, दिस इज अ लिक्विडिटी ट्रैप। जिमें जिमें रेट ऑफ इंटरेस्ट करता जाएगा स्पेकुलेटिव मोटिव के लिए डिमांड बढ़ती जाएगी, लेकिन एक पॉइंट तो आके LS कांस्टेंट हो जाएगा जो रेट ऑफ इंटरेस्ट बहुत ज्यादा डाउन हो जाएगा। ठीक है, एक्स एक्सिस दे कांस्टेंट हो जाएगा। दिस इज अ थ्री मोटिव्स। ठीक है, प्रिकॉशनरी स्पेकुलेटिव एंड ट्रांजैक्शंस। तब टोटल डिमांड फॉर मनी किया तीनों का प्लस है, तीनों मोटिव्स का, तो MD टोटल डिमांड फॉर मनी इज इक्वल टू टोटल डिमांड फॉर मनी इज इक्वल टू LT ट्रांजैक्शन मोटिव लिए डिमांड प्लस प्रिकॉशनरी मोटिव के लिए LP प्लस स्पेकुलेटिव मोटिव के लिए डिमांड, तीनों का प्लस करांगे तब अपनी जी डिमांड फॉर मनी वो कैलकुलेट हो जाएगी। तब MT अपने को किया LT प्लस LP ते MD इज इक्वल टू MT प्लस LS। जो MT अपने कैलकुलेट करनी तब ट्रांजैक्शन ते प्रिकॉशनरी मोटिव के लिए दोनों का किया प्लस करांगे। तो फर्स्ट सैकेंड A B डायग्राम है तो A ते B डायग्राम का प्लस करांगे तो C डायग्राम अपनी जी टोटल डिमांड फॉर मनी कैलकुलेट हो जाएगी। A डिमांड A जी डायग्राम है तीन डायग्राम दिखाई हुई ने तुहानू A B and C। A दे विच कहंदे टू मोटिव्स की डिमांड कैलकुलेट किया होया है, टू मोटिव्स की डिमांड फर्स्ट इज द ट्रांजैक्शन मोटिव एंड सैकेंड इज अ प्रिकॉशनरी मोटिव जेड़ा रेट ऑफ इंटरेस्ट है जिससे कोई भी इफेक्ट नहीं पा रहे हैं। तो MT इज इक्वल टू इज अ फंक्शन ऑफ R। ठीक है, MT इज द LT प्लस LP फंक्शन ऑफ R है। रेट ऑफ इंटरेस्ट चाहे इंक्रीज हो चाहे डिक्रीज स्पेकुलेटिव अपना ट्रांजैक्शन ते प्रिकॉशनरी मोटिव के लिए डिमांड की रहेगी सेम रहेगी, कांस्टेंट रहेगी, जो कि तुसी ए डायग्राम दे विच देख सकते हो। ए डायग्राम दे विच OX अक्ष ते ट्रांजैक्शंस एंड प्रिकॉशनरी डिमांड फॉर मनी दिखाई हुई है, OY ते रेट ऑफ इंटरेस्ट दिखाया हुआ है। रेट ऑफ इंटरेस्ट जो 2% सीगा तब भी कहंदे अपनी MT कितनी सीगी A सीगी, जो इंक्रीज होकर 4 हो जाता तब भी कहते डिमांड फॉर ट्रांजैक्शन एंड प्रिकॉशनरी मोटिव A ही है। उस तो बाद अगर 6 हो जाता है, 8 हो जाता है, 10 हो जाता है तो भी डिमांड फॉर प्रिकॉशनरी एंड ट्रांजैक्शन मोटिव के लिए A ही रहेगी। ठीक है, एंड उस तो बाद बी डायग्राम दे विच किया स्पेकुलेटिव डिमांड फॉर मनी जिमें जिमें रेट ऑफ इंटरेस्ट डिक्रीज होता है तो स्पेकुलेटिव डिमांड ऑफ मनी की इंक्रीज होती है। जिमें कि तुम देख सकते हो अगर 10% रेट ऑफ इंटरेस्ट है तो स्पेकुलेटिव डिमांड फॉर मनी 0 है, अगर 8% है तो स्पेकुलेटिव डिमांड फॉर मनी इंक्रीज हो रहा है। जिमें जिमें रेट ऑफ इंटरेस्ट घट रहा है स्पेकुलेटिव डिमांड फॉर मनी बढ़ रही है। आप शेयर्स से बॉन्ड्स से पैसा सेव करने की बजाय ज़्यादा खर्च करते हैं, शेयर्स से बॉन्ड्स से पैसा खर्च करके बाद प्राइसिस इंक्रीज होते हैं मार्केट में सेल करते हैं। तब एक पॉइंट तो बाद आके LS अपनी की हो जाती है कांस्टेंट हो जाती है। तब आप A ते B का प्लस करांगे, तीनों मोटिव्स का प्लस करांगे, MT प्लस स्पेकुलेटिव डिमांड फॉर मनी तो C निकलेगी अपनी पहला जो कि है कांस्टेंट है। ठीक है, जितों तुसी शेडेड लाइन देख सकते हो OY दे पैरेलल और उस तो बाद डिमांड फॉर मनी की है लेफ्ट राइट डाउनवर्ड है। दिस इज अ प्लस ऑफ LS। ठीक है, MT दे विच तुसी LS प्लस करोगे तो MT जो है अपनी MD है डिमांड फॉर मनी वो लेफ्ट राइट डाउनवर्ड होएगी जिमें जिमें रेट ऑफ इंटरेस्ट अपना घटेगा। दिस इज द टोटल डिमांड फॉर मनी। एंड उस तो बाद है अपना मॉनेटरी इक्विलिब्रियम एंड द इंटरेस्ट रेट। मॉनेटरी इक्विलिब्रियम मींस
ਤੇ ਰੇਟ ਆਫ ਇੰਟਰਸਟ ਦਾ ਕੀ ਰਿਲੇਸ਼ਨ ਹੈ, ਮੋਨੇਟਰੀ ਇਕੁਇਲਿਬ੍ਰੀਅਮ, ਜਿੱਥੇ ਮਨੀ ਦੀ ਡਿਮਾਂਡ ਤੇ ਸਪਲਾਈ ਕੀ ਹੈ, ਇਕੁਅਲ ਹੈ ਕੇਨ ਦੇ ਅਕੋਰਡਿੰਗ। ਕਹਿੰਦੇ ਇਕੁਇਲਿਬ੍ਰੀਅਮ ਉੱਥੇ ਹੋਏਗਾ ਮਨੀ ਮਾਰਕੀਟ ਦੇ ਵਿੱਚ ਜਿੱਥੇ ਮਨੀ ਦੀ ਡਿਮਾਂਡ ਤੇ ਸਪਲਾਈ ਕੀ ਹੈ, ਇਕੁਅਲ ਹੈ, ਜੋ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਉਹ ਐਕਸ ਅਕਸ਼ ਤੇ ਕੁਆਂਟੀਟੀ ਆਫ ਮਨੀ ਲਿੱਤੀ ਹੋਈ ਹੈ, ਉਹ ਵਾਈ ਤੇ ਰੇਟ ਆਫ ਇੰਟਰਸਟ ਹੈ, ਤੇ ਰੇਟ ਆਫ ਇੰਟਰਸਟ ਵੀ ਉੱਥੇ ਹੀ ਫਿਕਸ ਹੁੰਦਾ ਹੈ ਜਿੱਥੇ ਡਿਮਾਂਡ ਐਂਡ ਸਪਲਾਈ ਆਫ ਮਨੀ ਕੀ ਹੈ, ਇਕੁਅਲ ਹੈ। ਕਹਿੰਦੇ ਅਗਰ ਰੇਟ ਆਫ ਇੱਥੇ ਕੀ ਆ, ਮਨੀ ਦੀ ਸਪਲਾਈ ਕਾਂਸਟੈਂਟ ਹੈ, ਐਮ ਐਸ ਇਜ਼ ਦਾ ਸਪਲਾਈ ਆਫ ਮਨੀ ਐਂਡ ਡਿਮਾਂਡ ਆਫ ਮਨੀ ਕੀ ਆ, ਐਮ ਡੀ ਇਜ਼ ਦਾ ਡਿਮਾਂਡ ਫॉर ਮਨੀ, ਠੀਕ ਹੈ। ਤੇ ਜੋ ਐਮ ਡੀ ਕਰਵ ਹੈ ਉਹ ਈ ਪੁਆਇੰਟ ਤੇ ਰੇਟ ਆਫ ਈ ਪੁਆਇੰਟ ਤੇ ਐਮ ਐਸ ਨੂੰ ਕੱਟ ਰਹੀ ਹੈ, ਸਪਲਾਈ ਆਫ ਮਨੀ ਨੂੰ ਕੱਟ ਰਹੀ ਹੈ, ਤਾਂ ਈ ਪੁਆਇੰਟ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ, ਜਿੱਥੇ ਰੇਟ ਆਫ ਇੰਟਰਸਟ ਕਿੰਨਾ ਹੈ, ਉਹ ਆਰ ਹੈ, ਤੇ ਮਨੀ ਦੀ ਸਪਲਾਈ ਉਹ ਐਮ ਹੈ, ਠੀਕ ਹੈ, ਕੁਆਂਟੀਟੀ ਆਫ ਮਨੀ ਉਹ ਐਮ ਹੈ, ਉਹ ਐਮ ਜ਼ੀਰੋ ਹੈ। ਤੇ ਉਸ ਤੋਂ ਬਾਅਦ ਜਦੋਂ ਰੇਟ ਆਫ ਇੰਟਰਸਟ ਇਨਕਰੀਜ਼ ਹੁੰਦਾ ਹੈ ਤਾਂ ਡਿਮਾਂਡ ਫॉर ਮਨੀ ਡਿਕਰੀਜ਼ ਹੋ ਜਾਂਦੀ ਹੈ, डिक्रीज होके जिनके एम पॉइंट पे रेट ऑफ इंटरेस्ट कट रहे हैं, M2 इज अ डिमांड फॉर मनी एंड M0 इज अ सप्लाई ऑफ मनी। सप्लाई ऑफ मनी ग्रेटर दैन डिमांड फॉर मनी है, जो रेट ऑफ इंटरेस्ट R1 है, कितनी सप्लाई ज्यादा है डिमांड तो MN सप्लाई ज्यादा है मनी दी डिमांड तो। अगर रेट ऑफ इंटरेस्ट कट के R2 हो जाता है तब की डिमांड फॉर मनी ਵੱਧ ਕੇ ਕਿੰਨੀ ਹੋ ਜਾਂਦੀ ਹੈ, M1 ਹੋ ਜਾਂਦੀ ਹੈ, ਤੇ ਸਪਲਾਈ ਆਫ ਮਨੀ M2 ਹੈ, M जीरो है, ठीक है। सप्लाई ऑफ मनी एम जीरो है, डिमांड फॉर मनी रेट ऑफ इंटरेस्ट घटन से M2 तो बढ़ के M1 हो जाती है, ठीक है, ਜਾਂ M0 ਤੋਂ ਵੱਧ ਕੇ M1 ਹੋ ਜਾਂਦੀ ਹੈ। ਕਿੰਨੀ ਵੱਧ ਹੈ ਡਿਮਾਂਡ ਫॉर ਮਨੀ ਰੇਟ ਆਫ ਇੰਟਰਸਟ ਘੱਟ ਹੋਣ ਤੇ A B ਡਿਮਾਂਡ ਫॉर ਮਨੀ ਜ਼ਿਆਦਾ ਹੈ M0 M1, ਠੀਕ ਹੈ। ਜਦੋਂ ਰੇਟ ਆਫ ਇੰਟਰਸਟ R2 ਹੈ तब ऊपर की है R1 ਤੇ डिमांड फॉर मनी ਲੈਸ ਦੈਨ ਹੈ ਸਪਲਾਈ ਆਫ ਮਨੀ ਤੋਂ, ਤੇ ਨੀਚੇ R2 ਤੇ ਕੀ ਹੈ ਡਿਮਾਂਡ ਫॉर ਮਨੀ ਗ੍ਰੇਟਰ ਦੈਨ ਹੈ MS ਤੋਂ, ਤੇ E ਪੁਆਇੰਟ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਰੇਟ ਆਫ ਇੰਟਰਸਟ ਫਿਕਸ ਹੋਏਗਾ। तब कहते अगर सप्लाई ऑफ मनी क्वांटिटी ऑफ मनी इंक्रीज हो जाती है, चेंज इन द मनी सप्लाई एंड द इक्विलिब्रियम रेट ऑफ इंटरेस्ट ਦੇ ਵਿੱਚ ਇਕੁਇਲਿਬ੍ਰੀਅਮ ਕਿੱਥੇ ਹੋਏਗਾ, ਇਕੁਇਲਿਬ੍ਰੀਅਮ ਉੱਥੇ ਹੋਏਗਾ ਜਿੱਥੇ ਜਿਵੇਂ ਤੁਸੀਂ ਉੱਪਰ ਵਾਲੀ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਈ ਪੁਆਇੰਟ ਇਜ਼ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਰੇਟ ਆਫ ਇੰਟਰਸਟ ਫਿਕਸ ਕੀਤਾ ਗਿਆ ਸੀ। ਅਗਰ ਕਹਿੰਦੇ ਆਪਣੀ ਸਪਲਾਈ ਇਨਕਰੀਜ਼ ਹੋ ਜਾਂਦੀ ਹੈ ਮਨੀ ਦੀ, ਫਰਸਟ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਆਂਟੀਟੀ ਆਫ ਮਨੀ ਇਨਕਰੀਜ਼ ਹੋ ਕੇ M0 ਤੋਂ M1 ਹੋਗੀ ਤਾਂ ਨਿਊ ਇਕੁਇਲਿਬ੍ਰੀਅਮ E1 ਪੁਆਇੰਟ ਤੇ ਬਣਿਆ, E1 ਪੁਆਇੰਟ ਤੇ MS1 ਕਰਵ ਆ ਜਿਹੜੀ ਨਿਊ ਸਪਲਾਈ ਕਰਵ ਹੈ ਕੱਟ ਕਰ ਰਹੀ ਹੈ, E1 ਇਜ਼ ਅ ਨਿਊ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਕਹਿੰਦੇ ਆਪਣੀ ਕੁਆਂਟੀਟੀ ਆਫ ਮਨੀ ਇਨਕਰੀਜ਼ ਹੋ ਕੇ M0 ਤੋਂ M1 ਹੋਗੀ, ਸਪਲਾਈ ਵਧਣ ਦੇ ਨਾਲ ਰੇਟ ਆਫ ਇੰਟਰਸਟ ਘਟ ਗਿਆ, ਕਿੰਨਾ R ਤੋਂ R1 ਹੋ ਗਿਆ। ਐਂਡ ਉਸ ਤੋਂ ਬਾਅਦ ਦੂਸਰੀ ਤਰਫ ਕਹਿੰਦੇ ਜਦੋਂ ਸਪਲਾਈ ਆਫ ਮਨੀ ਡਿਕਰੀਜ਼ ਹੋ ਜਾਂਦੀ ਆ, ਠੀਕ ਹੈ, ਤੇ ਡਿਮਾਂਡ ਆਫ ਮਨੀ ਉਨੀ ਹੀ ਰਹਿੰਦੀ ਹੈ। ਸਪਲਾਈ ਆਫ ਮਨੀ ਡਿਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ ਸਪਲਾਈ ਕਰਵ ਹੈ MS2 ਉਹ ਲੈਫਟਵਰਡ ਸ਼ਿਫਟ ਹੋ ਜਾਏਗੀ ਤਾਂ M2 ਇਜ਼ ਦਾ ਕੁਆਂਟੀਟੀ ਆਫ ਮਨੀ ਘਟ ਜਾਏਗੀ ਮਾਰਕੀਟ ਦੇ ਵਿੱਚ, ਤੇ ਜੇ ਰੇਟ ਆਫ ਇੰਟਰਸਟ ਕਹਿੰਦੇ ਵੱਧ ਕੇ ਕਿੰਨਾ ਹੋ ਜਾਏਗਾ R ਤੋਂ R2 ਹੋ ਜਾਏਗਾ, ਤੇ ਨਿਊ ਇਕੁਇਲਿਬ੍ਰੀਅਮ ਪੁਆਇੰਟ ਕੀ ਆ E2 ਹੈ। ਤਾਂ ਸਪਲਾਈ ਆਫ ਮਨੀ ਵਧਣ ਦੇ ਨਾਲ ਕੀ ਰੇਟ ਆਫ ਇੰਟਰਸਟ ਘਟ ਜਾਏਗਾ, ਤੇ ਸਪਲਾਈ ਆਫ ਮਨੀ ਘਟਣ ਦੇ ਨਾਲ ਰੇਟ ਆਫ ਇੰਟਰਸਟ ਵੱਧ ਜਾਏਗਾ ਕਿਉਂਕਿ ਕੁਆਂਟੀਟੀ ਆਫ ਮਨੀ ਡਿਕਰੀਜ਼ ਹੋਏਗੀ ਆਪਣੀ ਇਕਨੋਮੀ ਦੇ ਵਿੱਚ, ਤਾਂ ਰੇਟ ਆਫ ਇੰਟਰਸਟ ਤੇ ਉਸ ਤੋਂ ਬਾਅਦ ਹੈ ਨੀਚੇ अपना चेंज इन डिमांड फॉर मनी एंड लिक्विडिटी प्रेफरेंस, जो डिमांड इंक्रीज डिक्रीज होती है मनी तो फिगर 6 के 7 के देख सकते हो लिक्विडिटी चेंज इन डिमांड फॉर मनी, तो ये OX से मनी दिखाई हुई है, तो OY से रेट ऑफ इंटरस्ट दिखाया है, LP इज अ प्रिकॉशनरी मोटिव के लिए डिमांड, ठीक है। तो फर्स्ट कहते जो अपनी डिमांड कितनी है L1 है तब कहते रेट ऑफ इंटरस्ट कितना है R है, सप्लाई कर्व नो डिमांड कर्व अपनी पी ਤੇ ਕੱਟ ਰਹੀ ਹੈ, P ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ, ਤਾਂ ਰੇਟ ਆਫ ਇੰਟਰਸਟ R ਹੈ। ਜਦੋਂ ਡਿਮਾਂਡ ਇਨਕਰੀਜ਼ ਹੋ ਕੇ ਲਿਕੁਇਡਿਟੀ ਪ੍ਰੈਫਰੈਂਸ ਦੇ ਲਈ P1 ਹੋ ਜਾਂਦੀ ਹੈ, ਠੀਕ ਹੈ। L3 ਇਜ਼ ਦਾ डिमांड कर्व जो अपवर्ड शिफ्ट होगी ताकि जो अपना रेट ऑफ इंटरस्ट है वो भी बढ़ के कितना हो जाएगा R1 हो जाएगा, क्योंकि इतने मनी की सप्लाई कांस्टेंट है, सिर्फ डिमांड के चेंज हो रहा है। अगर डिमांड घट के लैफ्ट साइड डाउनवर्ड शिफ्ट होती है L1 तो L2 तो रेट ऑफ इंटरस्ट भी की हो जाएगा घट जाएगा, क्योंकि डिमांड फॉर मनी घट है तो अपना रेट ऑफ इंटरस्ट भी घट के R2 हो जाएगा। तब कहते थे डिमांड फॉर मनी ते रेट ऑफ इंटरस्ट का पॉजिटिव रिलेशनशिप है। अगर डिमांड फॉर मनी बढ़ेगी सप्लाई कांस्टेंट होने ते मनी ते रेट ऑफ इंटरस्ट बढ़ेगा, अगर डिमांड घट गई मनी की तो रेट ऑफ इंटरस्ट घट जाएगा, जो कि तुम इस डायग्राम के देख सकते हो। चेंज इन डिमांड तुम L1 L2 ते L3 के देख सकते हो। दिस इज अ ट्रैप, ठीक है। इस तो बाद जो रेट ऑफ इंटरस्ट 2 है तो उत्थे LP अपनी की है कांस्टेंट है, एंड मनी की जी है सप्लाई वो भी की है कांस्टेंट है, वो हमेशा सप्लाई ऑफ मनी। तो इतने ਅਸੀਂ ਅੱਜ ਆਪਣੇ 3 मोटिव्स के लिए जी केन्जियन की डिमांड ऑफ मनी देखी है, ट्रांजैक्शन मोटिव, स्पैकुलेटिव मोटिव्स एंड
ਜਿਹੜੀ ਹੈ ਆਪਣੇ ਪ੍ਰੀਕਾਸ਼ਨਰੀ ਮੋਟਿਵ ਦੇ ਲਈ ਕੇਨਸ ਕਹਿੰਦੇ ਡਿਮਾਂਡ ਹੁੰਦੀ ਹੈ। ਤੇ ਇਸ ਤੋਂ ਇਲਾਵਾ ਜੋ ਕਲਾਸੀਕਲ ਇਕੋਨੋਮਿਸਟ ਸੀਗੇ ਉਹਨਾਂ ਦੇ ਵਿੱਚ ਆਪਾਂ ਨੇ ਫਿਸ਼ਰ ਦੀ ਅਪਰੋਚ ਦੇਖੀ ਆ, ਪੀਗੋ ਦੀ ਅਪਰੋਚ ਦੇਖੀ ਆ, ਮਾਰਸ਼ਲ ਦੀ ਅਪਰੋਚ ਦੇਖੀ ਆ ਤੇ ਰੋਬਿਨਸਟਨ ਦੀ ਅਪਰੋਚ ਦੇਖੀ ਆ। ਡਿਮਾਂਡ ਫॉर ਮਨੀ ਦੀਆਂ ਡਿਫਰੈਂਟ ਥਿਊਰੀਜ਼ ਸੀਗੀਆਂ ਜਿਹੜੀਆਂ ਕਲਾਸੀਕਲਸ ਤੇ ਨਿਊ ਕਲਾਸੀਕਲ ਇਕੋਨੋਮਿਸਟ ਨੇ ਦਿੱਤੀਆਂ ਨੇ ਤੇ ਵੈਲਿਊ ਆਫ ਮਨੀ ਜਿਹਨਾਂ ਦੇ ਥਰੂ ਡਿਟਰਮਾਈਨ ਹੁੰਦੀ ਆ। ਅੱਜ ਦਾ ਇਹ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।